ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪਹਿਲਾ। ਕੁਚਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੰਝ ਕੁਚਜੀ ਅੰਮਾਵਨ ਡੋਸੜੀ। ਹਉ ਕਿਉ ਸੋ ਰਾਵਣ ਜਾਓ ਜੀਓ। ਇਕ ਦੂ ਇਕ ਚੜ੍ਹੰਦੀਆ ਕੌਣ ਜਾਣੈ ਮੇਰਾ ਨਾਉ ਜੀਓ। ਮੰਝ ਕੁਚਜੀ ਅੰਮਾਵਨ ਡੋਸੜੀ। ਹਉ ਕਿਉ ਸਹੁ ਰਾਵਣ ਜਾਓ ਜੀਓ। ਇਕ ਦੂ ਇਕ ਚੜ੍ਹੰਦੀਆ ਕੌਣ ਜਾਣੈ ਮੇਰਾ ਨਾਉ ਜੀਓ। ਜਿਨੀ ਸਖੀ ਸਹੁਰਾਵਿਆ ਸੇ ਅੰਬੀ ਛਾਵੜੀ ਇਹ ਜੀਓ। ਸੇ ਗੁਣ ਮੰਝ ਨਾ ਆਵਣੀ ਹਉ ਕੈ ਜੀ ਦੋਸ ਧਰਿਓ ਜੀਓ। ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਓ। ਇਕਤ ਟੋਲ ਨਾ ਅੰਬੜਾ ਹਉ ਸਦ ਕੁਰਬਾਨੈ ਤੇਰਾ ਜਾਉ ਜੀਓ। ਸੋਇਨਾ ਰੂਪਾ ਰੰਗੂਲਾ ਮੋਤੀ ਤੈ ਮਾਨਿਕ ਜੀਓ। ਸੇ ਵਸਤੂ ਸਹਿ ਦਿੱਤੀਆ ਮੈਂ ਤਿਨ ਸਿਉ ਲਾਇਆ ਚਿਤ ਜੀਓ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਹਉ ਏਨੇ ਟੋਲੇ ਭੁੱਲੇ ਆਸਾ ਤਿਸ ਕੰਤ ਨਾ ਬੈਠੀ ਪਾਸ ਜੀਓ। ਅੰਬਰ ਕੂੰਜਾ ਕੁਰਲੀਆ ਬਾਗ ਬਹਿਠੇ ਆਏ ਜੀਓ। ਸਾਤਨ ਚੱਲੇ ਸਾਹੁਰਾ ਕਿਆ ਮੋਹ ਦੇਸੀ ਅਗੈ ਜਾਏ ਜੀਓ। ਸੁੱਤੀ ਸੁੱਤੀ ਝਾਲ ਥੀਆ ਭੁੱਲੇ ਵਾਟੜੇ ਆਸ ਜੀਓ। ਤੈ ਸਹ ਨਾਲੋ ਮੁੱਤੀ ਅਸ ਦੁਖਾ ਕੂ ਤਰਿਆਸ ਜੀਓ। ਤੁਧ ਗੁਣ ਮੈਂ ਸਭ ਅਵਗਣਾ ਇਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਓ। ਤੁਧ ਗੁਣ ਮੈਂ ਸਭ ਅਵਗਣਾ ਇਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਹੀਦ ਭਾਈ ਊਧਮ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ। ਦੇਸ਼ ਦੀ ਧਰਤੀ ਤੇ ਜਿਨ੍ਹਾਂ ਨੇ ਐਡਾ ਜ਼ਾਲਮਪੁਣਾ ਕੀਤਾ, ਮੇਰੇ ਦੇਸ਼ ਦੇ ਬੇਦੋਸ਼ੇ ਜੀਆਂ ਦਾ
ਨਿਰਦੋਸ਼ ਜੀਆਂ ਦਾ ਅਜਾਈਂ ਖੂਨ ਡੋਲਿਆ, ਜਲਿਆਂ ਵਾਲੇ ਬਾਗ ਦਾ ਸਾਕਾ। ਸਤ ਸੰਗਤ ਜੀ, ਲਾਸ਼ਾਂ ਇਸ ਸ਼ਹਿਰ ਦੇ ਅੰਦਰ ਸਾਂਭੀਆਂ ਨਹੀਂ ਸੀ ਜਾਂਦੀਆਂ, ਐਡਾ ਉਹ ਦਰਦਨਾਕ ਸੀਨ ਸੀਗਾ। ਭਾਈ ਊਧਮ ਸਿੰਘ ਸਾਹਿਬ ਨੂੰ ਲੰਮਾ ਸਮਾਂ ਲੱਗਿਆ, ਪਰ ਉਹਨਾਂ ਨੇ ਲੰਡਨ ਪਹੁੰਚ ਕੇ ਦੱਸਿਆ ਕਿ ਸਿੱਖ ਕੌਮ ਆਪਣੇ ਤੇ ਕੀਤੇ ਹੋਏ ਵਾਅਦੇ ਨੂੰ ਕਦੇ ਭੁੱਲਦੀ ਨਹੀਂ। ਸਿੱਖ ਆਪਣੇ ਆਪ ਤੇ ਦੁੱਖ ਸਹਾਰ ਲੈਂਦਾ ਏ, ਪਰ ਗੁਰੂ ਨਿੰਦਾ ਨਹੀਂ ਸਹਾਰਦਾ। ਬਦੋਸ਼ਿਆਂ ਦਾ ਕਤਲ ਸਿੱਖ ਕੋਲੋਂ ਨਹੀਂ ਸਹਾਰਿਆ ਜਾਂਦਾ। ਸੱਚੇ ਪਾਤਸ਼ਾਹ ਜੀ ਗਰੀਬ ਨਵਾਜ਼ ਦਾ ਬਖਸ਼ਿਆ ਹੋਇਆ ਸਿਧਾਂਤ ਭਾਈ ਊਧਮ ਸਿੰਘ ਸਾਹਿਬ ਜੀ ਨੇ ਲੰਡਨ ਦੇ ਵਿੱਚ ਜ਼ਾਲਮ ਨੂੰ ਸੋਧਾ ਲਾਇਆ, ਦੱਸਿਆ ਕਿ ਸਿੱਖ ਕੌਮ ਕਿੱਥੇ ਤੱਕ ਪਹੁੰਚ ਕਰ ਸਕਦੀ ਹੈ। ਫਿਰ ਬੜਾ ਦਬਾਅ ਸੀ ਉਹਨਾਂ ਨੂੰ ਕਿ ਕੇਵਲ ਲਿਖ ਕੇ ਹੀ ਦੇ ਦੇਵੇ ਕਿ ਮੇਰੇ ਸਰੀਰਕ ਹਾਲਤ ਜਿਹੜੀ ਉਹ ਠੀਕ ਨਹੀਂ, ਦਿਮਾਗੀ ਸੰਤੁਲਨ ਠੀਕ ਨਹੀਂ। ਭਾਈ ਊਧਮ ਸਿੰਘ ਸਾਹਿਬ ਜੀ ਦੀ ਉਹ ਛਪੀ ਹੋਈ ਖਬਰ, ਉਹਨਾਂ ਨੇ ਕਿਹਾ ਮੈਂ ਪੂਰੇ ਹੋਸ਼ੋ ਹਵਾਸ਼ ਵਿੱਚ ਇਸ ਦੇ ਗੋਲੀਆਂ ਮਾਰੀਆਂ, ਮੇਰੇ ਕੋਈ ਦਿਮਾਗ ਵਿੱਚ ਫਰਕ ਨਹੀਂ ਹੈ, ਮੇਰਾ ਕੋਈ ਦਿਮਾਗੀ ਸੰਤੁਲਨ ਖਰਾਬ ਨਹੀਂ ਹੈ। ਮੈਂ ਸੋਚ ਸਮਝ ਕੇ ਇਸ ਦੀ ਪਹਿਚਾਣ ਕਰਕੇ ਫਿਰ ਇਸ ਜ਼ਾਲਮ ਨੂੰ ਸੋਧਿਆ ਹੈ। ਤੇ ਅੱਜ ਦੇ ਦਿਨ ਭਾਈ ਊਧਮ ਸਿੰਘ ਸਾਹਿਬ ਜੀ ਹੱਸਦਿਆਂ ਹੋਇਆਂ ਫਾਂਸੀ ਦਾ ਰੱਸਾ ਚੁੰਮਿਆ ਸੀਗਾ, ਤੇ ਵਲਾਇਤ ਦੀ ਧਰਤੀ ਤੇ ਸਾਧ ਸੰਗਤ ਜੀ ਸ਼ਹੀਦ ਹੋਏ। ਆਪਣੇ ਦੇਸ਼ ਤੋਂ ਬਹੁਤ ਸਾਰੇ ਸਿੱਖਾਂ ਨੇ ਉੱਥੇ ਰਿਹਾਇਸ਼ਾਂ ਬਣਾਈਆਂ, ਕਈਆਂ ਪੀੜ੍ਹੀਆਂ ਤੋਂ ਉੱਥੇ ਰਹਿੰਦੇ ਆ, ਬੜੇ ਬੜੇ ਕਾਰੋਬਾਰ ਹੈ, ਤੇ ਆਪੋ ਆਪਣੀ ਉਮਰਾਂ ਭੋਗ ਕੇ ਬੜੇ ਬੜੇ ਸੁੱਖਾਂ ਨੂੰ ਭੋਗ ਕੇ ਸੰਸਾਰ ਤੋਂ ਸਭ ਚਲੇ ਗਏ। ਪਰ ਉਹਨਾਂ ਅਮੀਰਾਂ ਦਾ, ਉਹਨਾਂ ਕਾਰੋਬਾਰੀਆਂ ਦਾ ਕੋਈ ਅੱਜ ਤੱਕ ਨਾਮ ਵੀ ਨਹੀਂ ਰਿਹਾ। ਤੇ ਭਾਈ ਊਧਮ ਸਿੰਘ ਜੀ ਬੜਾ ਗਰੀਬੀ ਵਿੱਚ ਉੱਥੇ ਦਿਨ ਕੱਟੇ ਸੀ। ਕਈਆਂ ਥਾਵਾਂ ਤੇ ਬਹੁਤ ਜ਼ਿਆਦੀਆਂ ਮਜਬੂਰੀਆਂ ਦਾ ਸਾਹਮਣਾ ਵੀ ਕਰਨਾ ਪਿਆ, ਕੋਲ ਖਰਚੇ ਜੋਗੇ ਪੈਸੇ ਵੀ ਨਾ ਸੀ ਹੁੰਦੇ। ਕੰਮ ਕੀਤਾ, ਕਿਰਤ ਕੀਤੀ, ਆਪਣੇ ਪਰਿਵਾਰ ਵਾਸਤੇ ਨਹੀਂ, ਕੌਮ ਦੀ ਲੱਥੀ ਹੋਈ ਪੱਗ ਨੂੰ ਸੀਸ ਤੇ ਰੱਖਣ ਵਾਸਤੇ। ਇੱਕ ਤਾਂ ਹੁੰਦਾ ਹੈ ਕਿ ਇੱਕਦਮ ਕੁਰਬਾਨੀ ਦਾ ਜਜ਼ਬਾ ਪੈਦਾ ਹੋਣਾ, ਪਰ ਲੰਮਾ ਸਮਾਂ ਉਸ ਸੂਰਮੇ ਨੇ ਉਸ ਧਰਤੀ ਤੇ ਵੀ ਰਹਿ ਕਰਕੇ ਬਹੁਤ ਜ਼ਿਆਦਾ ਕਠਿਨਾਈਆਂ ਦਾ ਮੁਕਾਬਲਾ ਕੀਤਾ। ਆਖਰਕਾਰ ਉਹ ਦਿਨ ਆਇਆ ਜਦੋਂ ਉਸ ਦੇ ਨਿਸ਼ਾਨੇ ਦੀ ਪੂਰਤੀ ਹੋਈ ਤੇ ਉਸਨੇ ਜ਼ਾਲਮ ਨੂੰ ਸੋਧਾ ਲਾਇਆ, ਸਿੱਖ ਕੌਮ ਦਾ ਮਾਣ ਉੱਚਾ ਕੀਤਾ। ਅੱਜ ਭਾਈ ਸਾਹਿਬ ਦਾ ਸ਼ਹੀਦੀ ਦਿਨ ਹੈ, ਉਹਨਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਹੈ। ਜਿਨ੍ਹਾਂ ਨੇ ਜੀਵਨ ਦੂਸਰਿਆਂ ਲਈ ਜੀਵਿਆ ਹੈ, ਗੁਰੂ ਘਰ ਦੇ ਅੰਦਰ ਉਹਨਾਂ ਨੂੰ ਵੱਡਾ ਮਾਣ ਤੇ ਸਤਿਕਾਰ ਪ੍ਰਾਪਤ ਹੁੰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦਾ ਅੱਜ ਦਾ ਆਇਆ ਹੋਇਆ ਸ਼੍ਰੀ ਮੁਖਵਾਕ ਬਹੁਤ ਵਿਸਥਾਰ ਵਾਲੇ ਪ੍ਰਕਰਣ ਸਹਿਤ ਹੈ, ਸਮਾਂ ਵੀ ਸੀਮਤ ਹੈ। ਆਪ ਜੀ ਨੇ ਆਪਣੇ ਚਿੱਤ ਦੀ ਬਿਰਤੀ ਨੂੰ ਇਕਾਗਰ ਕਰਨਾ, ਕਿਉਂਕਿ ਸਤਸੰਗੀ ਜਦੋਂ ਰੋਜ਼ ਕਥਾ ਸੁਣਦੇ ਆ, ਉਹਨਾਂ ਨੂੰ ਫਿਰ ਥੋੜੇ ਵਿਸਤਾਰ ਨਾਲ ਵੀ ਬਹੁਤੀ ਸਿੱਖਿਆ ਸਮਝ ਪੈ ਜਾਂਦੀ ਹੈ। ਜਿਨ ਕਦੇ ਕਦੇ ਸੰਗਤ ਕਰਨੀ ਹੈ, ਉਹਨਾਂ ਨੂੰ ਜ਼ਿਆਦਾ ਵਿਸਥਾਰ ਨਾਲ
ਫਿਰ ਸਮਝ ਪੈਂਦੀ ਹੈ ਆਪ ਜੀ ਸਤਸੰਗੀ ਹੋ, ਮਹਾਰਾਜ ਜੀ ਨਾਲ ਪਿਆਰ ਕਰਨ ਵਾਲੇ ਹੋ, ਕਿਉਂਕਿ ਸੰਗਤ ਵਿੱਚ ਉਹੋ ਹੀ ਆ ਕਰਕੇ ਬੈਠਦਾ ਜਿਹਨੂੰ ਸਤਿਗੁਰੂ ਜੀ ਆਪਣੇ ਪਿਆਰ ਦੀ ਖਿੱਚ ਪਾਉਂਦੇ ਆ। ਭੌਰੇ ਫੁੱਲਾਂ ਲਾਗੇ ਚਲੇ ਹੀ ਜਾਂਦੇ ਆ। ਸਤ ਸੰਗਤ ਜੀ ਉਹਨਾਂ ਨੂੰ ਸੁਗੰਧੀ ਖਿੱਚ ਲੈਂਦੀ ਹੈ। ਸਤਿਗੁਰੂ ਜੀ ਦੇ ਕੋਲੋਂ ਮਿਲਦੀ ਹੋਈ ਸ਼ਾਂਤੀ, ਮਹਾਰਾਜ ਜੀ ਦੇ ਸ਼ਬਦ ਵਿੱਚੋਂ ਆਉਂਦਾ ਹੋਇਆ ਰਸ ਪ੍ਰੇਮੀਆਂ ਨੂੰ ਖਿੱਚ ਹੀ ਲੈਂਦਾ ਹੈ। ਤੇ ਉਹ ਇਸ ਖਿੱਚ ਦੇ ਖਿੱਚੇ ਹੋਏ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਜਾਂਦੇ ਹੈ। ਹਿਰਨ ਨੂੰ ਕੌਣ ਦੱਸਦਾ ਹੈ ਕਿ ਕੰਡੇ ਹਿੜੇ ਦੀ ਆਵਾਜ਼ ਕਿੱਥੋਂ ਆ ਰਹੀ ਹੈ? ਉਹ ਮਸਤੀ ਵਿੱਚ ਉੱਥੇ ਜਾ ਕਰਕੇ ਸਿਰ ਧਰ ਦਿੰਦਾ ਹੈ। ਸ਼ਿਕਾਰੀ ਉਸ ਨੂੰ ਮਾਰ ਦਿੰਦੇ ਹੈ, ਪਰ ਉਸ ਦੀ ਮਸਤੀ ਨਹੀਂ ਟੁੱਟਦੀ। ਸਿੱਖ ਨੂੰ ਸ਼ਬਦ ਦੇ ਰਸ ਵਿੱਚ ਇੰਨੀ ਮਸਤੀ ਆਉਣ ਲੱਗ ਪੈਂਦੀ ਹੈ, ਮਹਾਰਾਜ ਜੀ ਸਿੱਖ ਨੂੰ ਫਿਰ ਜੀਵਤ ਭਾਵ ਤੋਂ ਮਾਰ ਦਿੰਦੇ ਸੱਚੇ ਪਾਤਸ਼ਾਹ। ਉਹਦੇ ਅੰਦਰਲੀਆਂ ਖਾਸ਼ਾਂ ਛੁੱਟ ਜਾਂਦੀਆਂ, ਸਰੀਰ ਦੇ ਰਸ ਛੁੱਟ ਜਾਂਦੇ ਹੈ, ਸੰਸਾਰ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਮਹਾਰਾਜ ਜੀ ਦਾ ਸ਼ਬਦ ਉਸ ਗੁਰਮੁਖ ਨੂੰ ਜੀਵਨ ਮੁਕਤੀ ਦੀ ਦਾਤ ਦੇ ਦਿੰਦਾ ਹੈ। ਜਿਸ ਦੇਸ਼ ਵਿੱਚ ਮਹਾਰਾਜ ਦਾ ਆਪਣਾ ਵਾਸਾ ਹੈ, ਸ਼ਬਦ ਉਸ ਦੇਸ਼ ਵਿੱਚ ਹੀ ਲੈ ਜਾਂਦਾ ਹੈ ਜਿਹੜਾ ਪ੍ਰਾਣੀ ਸ਼ਬਦ ਨਾਲ ਪਿਆਰ ਕਰਦਾ ਹੈ। ਸਤਿਗੁਰੂ ਗਰੀਬ ਨਵਾਜ ਜਿਵੇਂ ਬਖਸ਼ਿਸ਼ ਕਰਦੇ ਹੈ, ਆਓ ਆਪਣੇ ਚਿੱਤ ਨੂੰ ਜੋੜੀਏ, ਮਹਾਰਾਜ ਜੀ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ। ਹਜੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪਹਿਲਾ। ਕੁਚੱਜੀ। ਸੱਚੇ ਪਾਤਸ਼ਾਹ ਜਗਤ ਦੇ ਮਾਲਕ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਐਸੇ ਦੀਨ ਦਿਆਲ ਸਤਿਗੁਰੂ ਜੀ ਰਾਗ ਸੂਹੀ ਵਿੱਚ ਸੱਚੇ ਪਾਤਸ਼ਾਹ ਜੀ ਆਪਣੇ ਸ਼੍ਰੀ ਕੰਠ ਤੋਂ ਮਹਾਰਾਜ ਅੰਮ੍ਰਿਤ ਸਿੱਖਿਆ ਦਿੰਦੇ ਹੈ, ਪਵਿੱਤਰ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ। ਇਸ ਪਵਿੱਤਰ ਸ਼ਬਦ ਦਾ ਸਿਰਲੇਖ ਮਹਾਰਾਜ ਜੀ ਨੇ ਕੁਚੱਜੀ ਬਖਸ਼ਿਸ਼ ਕੀਤਾ ਹੈ। ਸਤ ਸੰਗਤ ਜੀ, ਇਹ ਪਵਿੱਤਰ ਸ਼ਬਦ ਦੀ ਉਥਾਨਕਾ ਹੈ। ਉਥਾਨਕਾ ਨਾਲ ਸਾਨੂੰ ਸ਼ਬਦ ਦਾ ਪ੍ਰਕਰਨ ਪਤਾ ਲੱਗਦਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਤ੍ਰਿਆ ਰਾਜ ਵਿੱਚ ਉਚਾਰਨ ਕੀਤਾ ਹੈ। ਸਤਿਗੁਰਾਂ ਨੇ ਸੱਚੇ ਪਾਤਸ਼ਾਹ ਜਦੋਂ ਜਿੱਦਾਂ ਅੱਜ ਅਸੀਂ ਜਿਹਨੂੰ ਅਸਾਮ ਕਹਿੰਦੇ ਹਾਂ, ਮਹਾਰਾਜ ਜੀ ਜਦੋਂ ਉੱਥੇ ਗਏ ਗਰੀਬ ਨਵਾਜ, ਤੇ ਭਾਈ ਮਰਦਾਨਾ ਜੀ ਨੂੰ ਜਨਮ ਸਾਖੀ ਵਿੱਚ ਜ਼ਿਕਰ ਹੈ ਕਿ ਇਹਨਾਂ ਨੇ ਭੇਡੂ ਬਣਾ ਲਿਆ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਬਾਹਰ ਵਾਰ ਬੈਠੇ ਹੋਏ, ਜਦੋਂ ਭਾਈ ਮਰਦਾਨਾ ਜੀ ਕਾਬੂ ਆ ਗਏ, ਹਜੂਰ ਹੱਸ ਪਏ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਆਪ ਹੱਸੇ ਕਿਉਂ ਗਰੀਬ ਨਵਾਜ? ਸਤਿਗੁਰੂ ਕਹਿੰਦੇ ਨੇ ਭਾਈ ਬਾਲਿਆ ਸਾਡਾ ਸਾਥੀ ਕਾਬੂ ਆ ਗਿਆ। ਡਾਕਟਰ ਭਾਈ ਵੀਰ ਸਿੰਘ ਸਾਹਿਬ ਨੇ ਇਸ ਸਾਖੀ ਨੂੰ ਬੜੇ ਵਿਸਥਾਰ ਨਾਲ ਲਿਖਿਆ। ਉਹਨਾਂ ਨੇ ਬੜੇ ਜਾਦੂ ਭਾਈ ਮਰਦਾਨਾ ਜੀ ਦੇ ਉੱਪਰ ਕੀਤੇ, ਪਰ ਜਾਦੂਆਂ ਦਾ ਅਸਰ ਨਹੀਂ ਸੀ ਚੱਲਦਾ। ਸੋਹਣੀ ਸੇਜਾ ਤੇ ਬੈਠਣ ਨੂੰ ਕਿਹਾ, ਤੇ ਭਾਈ ਮਰਦਾਨਾ ਜੀ ਬੈਠਣ ਲੱਗੇ ਨਾ, ਜਦੋਂ ਸੋਹਣੀ ਸੇਜਾ ਵੇਖ ਕੇ ਗੁਰੂ ਬਾਬਾ ਜੀ ਦਾ ਬਚਨ ਚੇਤੇ ਆਇਆ, ਬਾਬਾ ਹੋਰ ਸੌਣਾ ਖੁਸ਼ੀ ਖੁਆਰ, ਜਿਤ ਸੁੱਤੈ ਤਨ ਪੀੜੀਐ, ਮਨ ਮਹਿ ਚੱਲੈ ਵਕਾਰ। ਜਦੋਂ ਇਹ ਬਚਨ ਭਾਈ ਮਰਦਾਨਾ ਜੀ ਨੇ ਆਪਣੇ ਮੁਖ ਤੋਂ ਪੜ੍ਹਿਆ ਤੇ ਉਹ ਜਾਦੂ ਸਾਰਾ ਖਤਮ ਹੋ ਗਿਆ। ਭਾਈ ਵੀਰ ਸਿੰਘ ਸਾਹਿਬ ਜੀ ਨੇ ਬੜੇ ਵਿਸਥਾਰ ਨਾਲ ਇਸ ਸਾਖੀ ਨੂੰ ਲਿਖਿਆ। ਭਾਈ ਮਰਦਾਨਾ ਜੀ ਨੂੰ ਬੜੀਆਂ ਪੇਸ਼ਕਸ਼ਾਂ ਕੀਤੀਆਂ, ਰਾਗ ਦੇ ਵਿੱਚ ਮੋਹਿਤ ਕਰਕੇ ਫਿਰ ਭਾਈ ਮਰਦਾਨਾ ਜੀ ਨੂੰ ਉਹਨਾਂ ਨੇ ਕਾਬੂ ਕੀਤਾ ਸੀ। ਵਿਸਥਾਰ ਹੈ ਬਹੁਤ।
ਸਾਧ ਸੰਗਤ ਜੀ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਆਪ ਜੀ ਦਾ ਬਚਨ ਨਹੀਂ ਮੰਨਦਾ ਤੇ ਉਸ ਨੂੰ ਰਹਿਣ ਦਿਓ। ਹੁਣ ਹਜੂਰ ਕਹਿੰਦੇ, ਭਾਈ ਬਾਲਿਆ ਸਾਨੂੰ ਨਾਲ ਲੈ ਕੇ ਆਏ ਦੀ ਲਾਜ ਹੈ, ਚੱਲ ਚੱਲੀਏ ਛੁਡਾ ਕੇ ਲਿਆਈਏ। ਜਦੋਂ ਮਹਾਰਾਜ ਜੀ ਗਏ, ਸਤਿਗੁਰਾਂ ਦੇ ਉੱਤੇ ਉਹਨਾਂ ਨੇ ਬੜੀਆਂ ਸ਼ਕਤੀਆਂ ਚਲਾਈਆਂ, ਧਾਗੇ ਤਵੀਤ ਟੂਣੇ, ਜਿਵੇਂ ਅੱਜ ਕੱਲ ਵੀ ਸਾਧ ਸੰਗਤ ਜੀ ਗੁਰਮਤਿ ਤੋਂ ਭੁੱਲੇ ਲੋਕ ਇਹ ਕੰਮ ਕਰਦੇ ਆ ਨਾ, ਧਾਗੇ ਤਵੀਤ ਟਾਮਣ ਕਰਨ ਵਾਲਿਆਂ ਨੂੰ ਸਾਧ ਸੰਗਤ ਜੀ ਮਰਨ ਤੋਂ ਉਪਰੰਤ ਸਦਗਤੀ ਨਹੀਂ ਮਿਲਦੀ ਹੈ। ਇੱਥੇ ਵੀ ਉਹ ਭੁੱਲੇ ਹੋਏ ਸਦਾ ਦੁਖੀ ਹੀ ਰਹਿੰਦੇ ਆ। ਇਹ ਨੂਰਸ਼ਾਂ ਜੋ ਸੀਗੀ ਨਾ, ਇਹ ਬੜੀ ਵੱਡੀ ਜਾਦੂਗਰਨੀ ਸੀਗੀ। ਇਹਦੇ ਕੋਲ ਬਹੁਤ ਜ਼ਿਆਦੇ ਮੰਤਰ ਜੰਤਰ ਸਿੱਧ ਕੀਤੇ ਹੋਏ ਸੀ। ਸਤਿਗੁਰੂ ਜੀ ਨੂੰ ਜਦੋਂ ਇਹਨਾਂ ਨੇ ਟਾਮਣ ਪਾਉਣਾ ਚਾਹਿਆ, ਜੰਤਰ ਮੰਤਰ ਤੇ ਤੰਤਰ 3 ਪ੍ਰਕਾਰ ਦੀਆਂ ਸ਼ਕਤੀਆਂ ਹਜੂਰ ਤੇ ਵਰਤੀਆਂ। ਜਿਹੜੀ ਕੋਈ ਸ਼ਕਤੀ ਅੱਗੇ ਵਰਤਣ ਨੂੰ ਆਈ, ਸਾਧ ਸੰਗਤ ਜੀ ਉਹਨੂੰ ਉਹੋ ਜਿਹਾ ਹੀ ਫਲ ਮਿਲਿਆ। ਸ੍ਰੀ ਗੁਰੂ ਜੀ ਦੇ ਉੱਪਰ ਕੋਈ ਸ਼ਕਤੀ ਨਹੀਂ ਚੱਲੀ, ਕੋਈ ਮੰਤਰ ਨਹੀਂ ਚੱਲਿਆ। ਜਿਸ ਦਾ ਘੜਾ ਸਿਰ ਤੇ ਚੱਕਿਆ ਸੀ, ਸਿਰ ਤੇ ਹੀ ਜੁੜ ਗਿਆ। ਜਨਮ ਸਾਖੀ ਵਿੱਚ ਜ਼ਿਕਰ ਹੈ ਕਿ ਜਿਹੜੀ ਟਾਮਣ ਪਾਉਣ ਅੱਗੇ ਆਈ ਉਹ ਸੂਰੀ ਬਣ ਗਈ। ਇਸ ਤਰ੍ਹਾਂ ਨੂਰਸ਼ਾਹ ਨੂੰ ਪਤਾ ਲੱਗਿਆ। ਉਹ ਸਤਿਗੁਰਾਂ ਜੀ ਨੂੰ ਜਦੋਂ ਵੇਖਣ ਲਈ ਆਈ ਕਿ ਕੋਈ ਭਾਰੀ ਪੁਰਖ ਆਇਆ ਜਿਹਦੇ ਉੱਤੇ ਕੋਈ ਸ਼ਕਤੀ ਨਹੀਂ ਚੱਲ ਰਹੀ, ਨੂਰਸ਼ਾਹ ਚਰਨੀ ਪੈ ਗਈ। ਸੱਚੇ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਬੇਨਤੀ ਕੀਤੀ ਤੇ ਵਾਹਿਗੁਰੂ ਸ਼ਬਦ ਜਦੋਂ ਆਖਿਆ, ਉਹਦੇ ਸਿਰ ਤੇ ਜੁੜਿਆ ਹੋਇਆ ਘੜਾ ਲੱਥ ਗਿਆ। ਮਹਾਰਾਜ ਜੀ ਦੇ ਉਸ ਸ਼ਬਦ ਕਹਿਣ ਨਾਲ ਹੀ ਭਾਈ ਮਰਦਾਨਾ ਜੀ ਨੂੰ ਵੀ ਸੋਝੀ ਹੋਈ। ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕਰਕੇ ਮੱਥਾ ਟੇਕਿਆ। ਇਸ ਨੂਰਸ਼ਾਹ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਫਿਰ ਝੁਕ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕਿਰਪਾ ਕਰਕੇ ਸ਼ਾਂਤੀ ਦਿਓ। ਇਸ ਨੇ 10 ਨੌਹਾਂ ਦੀ ਕਿਰਤ ਕਰਕੇ ਜੋ ਸੁੱਕਾ ਪ੍ਰਸ਼ਾਦ ਲਿਆਂਦਾ, ਹਜੂਰ ਨੇ ਉਹ ਪ੍ਰਵਾਨ ਕੀਤਾ। ਇਹਨਾਂ ਨੇ ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਗਰੀਬ ਨਵਾਜ ਸਾਨੂੰ ਵੀ ਵਾਹਿਗੁਰੂ ਦਾ ਪਿਆਰ ਪ੍ਰਾਪਤ ਹੋਵੇ। ਸਾਧ ਸੰਗਤ ਜੀ, ਹਜੂਰ ਦੀ ਏਡੀ ਵੱਡੀ ਬਖਸ਼ਿਸ਼, ਮਹਾਰਾਜ ਜੀ ਨੇ ਉਸ ਜਾਦੂਗਰਨੀ ਨੂੰ ਜਾਦੂਗਰਨੀ ਨਹੀਂ ਰਹਿਣ ਦਿੱਤਾ। ਕਿਉਂਕਿ ਗੁਰੂ ਸਾਹਿਬ ਨੂੰ ਜਿਹੜਾ ਪਰਸ ਲੈਂਦਾ ਨਾ, ਉਹ ਫਿਰ ਪੱਥਰ ਨਹੀਂ ਰਹਿੰਦਾ, ਉਹ ਮੋਤੀ ਬਣ ਜਾਂਦਾ। ਮਹਾਰਾਜ ਜੀ ਨੇ ਉਸ ਨੂੰ ਬ੍ਰਹਮ ਗਿਆਨ ਬਖਸ਼ਿਸ਼ ਕੀਤਾ ਤੇ ਹਜੂਰ ਨੇ ਉਥੋਂ ਦੀ ਪ੍ਰਚਾਰਕ ਥਾਪਿਆ। ਉਸ ਨੂੰ ਸਾਰੀ ਜ਼ਿੰਦਗੀ ਉਸ ਨੇ ਗੁਰਮਤਿ ਦਾ ਪ੍ਰਚਾਰ ਕੀਤਾ, ਆਪਣੇ ਜਨਮ ਨੂੰ ਸਫਲਿਆਂ ਕੀਤਾ। ਮਹਾਰਾਜ ਜੀ ਨੇ ਇੱਕ ਕੁਚੱਜੀ ਦੇ ਸਿਰਲੇਖ ਥੱਲੇ ਸਤਿਗੁਰਾਂ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਫਿਰ ਮਹਾਰਾਜ ਨੇ ਸੁਚੱਜੀ ਦੇ ਸਿਰਲੇਖ ਥੱਲੇ ਅਗਲਾ ਸ਼ਬਦ ਉਚਾਰਨ ਕੀਤਾ। ਫਿਰ ਮਹਾਰਾਜ ਜੀ ਨੇ ਗੁਣਵੰਤੀ, ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਗੁਰਮੁਖ, ਉਹਨਾਂ ਦੀ ਸਤਿਗੁਰਾਂ ਨੇ ਅਵਸਥਾ ਦੱਸੀ ਹੈ। ਇਸ ਸ਼ਬਦ ਦੇ ਅੰਦਰ ਕੇਵਲ ਕੁਚੱਜੀ ਦਾ ਪ੍ਰਕਰਣ ਆਵੇਗਾ। ਜੇ ਸਾਨੂੰ ਆਪਣੇ ਕੁਚੱਜ ਦਾ ਹੀ ਪਤਾ ਲੱਗ ਜੇ ਨਾ, ਇਹ ਸਾਡੇ ਦੇਸ਼ ਭਾਸ਼ਾ ਦਾ ਬਚਨ ਹੈ। ਜਿਹੜਾ ਕੋਈ ਚੰਗੇ ਸਲੀਕੇ ਨਾਲ ਆਪਣਾ ਜੀਵਨ ਬਤੀਤ ਕਰਦਾ ਹੈ, ਚੰਗੇ ਗੁਣਾਂ ਦਾ ਧਾਰਨੀ ਹੁੰਦਾ ਹੈ, ਜਿਵੇਂ ਨੂੰਹ ਨੂੰ ਬੜੀ ਹੀ ਜ਼ਿਆਦਾ ਸੋਝੀ ਹੋਵੇ, ਬੜੀ ਦਾਨਾਈ ਹੋਵੇ, ਤੇ ਫਿਰ ਉਹਦੀ ਸੱਚ ਮਾਂ, ਜਿਹੜੀ ਸੱਸ ਮਾਂ ਕਹਿੰਦੀ ਹੈ ਕਿ ਇਹ ਤਾਂ ਬੜੀ ਹੀ ਸੁਚੱਜੀ ਹੈ। ਤੇ ਜੇ ਉਹਨੂੰ ਪ੍ਰਸ਼ਾਦਾ ਪਾਣੀ ਬਣਾਉਣ ਦਾ ਢੰਗ ਨਾ ਹੋਵੇ, ਗੱਲ ਕਰਨ ਦਾ ਢੰਗ ਨਾ ਹੋਵੇ, ਆਪਣੇ ਸਹੁਰੇ ਦੀ, ਆਪਣੇ ਸੱਸ ਦੀ ਇੱਜ਼ਤ ਨਾ ਕਰਨੀ ਜਾਣਦੀ ਹੋਵੇ, ਫਿਰ ਉਹਨੂੰ ਕਹਿੰਦੇ ਆ ਕਿ ਇਹਨੂੰ ਕੋਈ ਚੱਜ ਨਹੀਂ ਹੈ, ਢੰਗ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਸ ਸ਼ਬਦ ਦੇ ਅੰਦਰ ਕੁਚੱਜ ਦੱਸਦੇ ਆ ਕਿ ਅਸੀਂ ਕਿਹੜੇ ਕੁਚੱਜਾਂ ਕਰਕੇ, ਖੋਟੇ ਢੰਗਾਂ ਕਰਕੇ, ਔਗਣਾ ਕਰਕੇ ਵਾਹਿਗੁਰੂ ਤੋਂ ਵਿਛੜ ਗਏ ਆ। ਜੇ ਸਾਨੂੰ ਆਪਣੇ ਔਗਣ ਹੀ ਪਤਾ ਲੱਗ ਜਾਣ ਨਾ, ਤੇ ਫਿਰ ਸਾਧ ਸੰਗਤ ਜੀ ਅਗਲੀ ਪੌੜੀ ਸੁਚੱਜੀ ਦੀ ਹੁੰਦੀ ਹੈ। ਤੇ ਜਿਨ੍ਹਾਂ ਨੂੰ ਆਪਣੇ ਔਗਣ ਹੀ ਨਹੀਂ ਪਤਾ ਲੱਗਦੇ,
ਉਹ ਗੁਰੂ ਜੀ ਦੀ ਸ਼ਰਨ ਤੋਂ ਦੂਰ ਚਲੇ ਜਾਂਦੇ। ਉਹਨਾਂ ਦੇ ਮਨੁੱਖਾ ਜਨਮ ਦੇ ਅੰਦਰ ਸਾਧ ਸੰਗਤ ਜੀ ਕਦੇ ਗਿਆਨ ਨਹੀਂ ਪ੍ਰਾਪਤ ਹੁੰਦਾ। ਧੰਨ ਧੰਨ ਸਿੱਖ ਇੰਨੇ ਗੁਣਾਂ ਨੂੰ ਧਾਰਨ ਕਰਕੇ ਵੀ ਕਹਿੰਦੇ ਨੇ ਮਹਾਰਾਜ ਸਾਡੇ ਵਿੱਚ ਕੋਈ ਗੁਣ ਨਹੀਂ ਸੱਚੇ ਪਾਤਸ਼ਾਹ, ਇਹ ਤਾਂ ਸਾਰੇ ਗੁਣ ਤੁਹਾਡੇ ਦਿੱਤੇ ਹੋਏ ਐ, ਤੁਸੀਂ ਉਪਕਾਰ ਕੀਤਾ ਹੈ, ਮੇਰੀ ਦੇਹ ਨੂੰ ਸਫਲਿਆਂ ਕੀਤਾ ਹੈ, ਮੇਰੇ ਮਨ ਨੂੰ ਆਪਣੇ ਸ਼ਬਦ ਨਾਲ ਜੋੜਿਆ। ਇਹਨੇ ਜਦੋਂ ਪੁੱਛਿਆ ਤਾਂ ਸਤਿਗੁਰਾਂ ਜੀ ਨੇ ਦੱਸਿਆ ਬਈ ਕਿਹੜੇ ਕੁਚੱਜਾਂ ਕਰਕੇ ਅਸੀਂ ਵਾਹਿਗੁਰੂ ਤੋਂ ਦੂਰ ਹੋ ਗਏ ਆ। ਮਹਾਰਾਜ ਜੀ ਨੇ ਇਹਨਾਂ ਤਾਈਂ ਸਿੱਖਿਆ ਹਜੂਰ ਨੇ ਦਿੱਤੀ ਹੈ। ਇੱਕ ਓੰਕਾਰ ਅਦੁੱਤੀ ਪਰਮੇਸ਼ਰ ਇੱਕ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੇ ਨਾਲ ਉਸ ਵਾਹਿਗੁਰੂ ਜੀ ਦੇ ਸਰੂਪ ਦੀ ਦਾਤ ਪ੍ਰਾਪਤ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਉਹ ਸ਼ਬਦ ਰੂਪ ਹੈ, ਉਸ ਵਾਹਿਗੁਰੂ ਨੂੰ ਮਿਲਣਾ ਹੈ। ਤਾਂ ਫਿਰ ਮਹਾਰਾਜ ਜੀ ਨੇ ਕਿਹਾ ਕਿ ਸਤਿਗੁਰੂ ਜੀ ਦੇ ਅਨੁਯਾਈ ਹੋ, ਗੁਰੂ ਜੀ ਦੀ ਸ਼ਰਨ ਵਿੱਚ ਆ, ਸਤਿਗੁਰੂ ਜੀ ਦਾ ਸਿੱਖ ਬਣ। ਜਦੋਂ ਮਹਾਰਾਜ ਜੀ ਦੀ ਪ੍ਰਸਾਦ ਕਿਰਪਾ ਹੋਵੇਗੀ ਤੇ ਫਿਰ ਤੇਰੇ ਅੰਦਰ ਓੰਕਾਰ ਦਾ ਪ੍ਰਕਾਸ਼ ਹੋਵੇਗਾ ਜੋ ਇੱਕ ਹੈ। ਮਨ ਕੁਚੱਜੀ ਅਮਾਵਨ ਡੋਸੜੇ। ਸਤਿਗੁਰੂ ਜੀ ਬੇਨਤੀਆਂ ਕਰਨ ਦੀ ਜਾਚ ਦੱਸਦੇ ਆ ਸਾਧ ਸੰਗਤ ਜੀ। ਜਦੋਂ ਆਪਣੇ ਔਗਣ ਪਤਾ ਲੱਗ ਜਾਣ ਨਾ ਤੇ ਫਿਰ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਨੀ ਹੈ। ਮਨ ਕੁਚੱਜੀ ਅਮਾਵਨ ਡੋਸੜੇ। ਡੋਸੜੇ ਕਹਿੰਦੇ ਆ ਦੋਸਾਂ ਨੂੰ। ਮਹਾਰਾਜ ਜੀ ਹੇ ਵਾਹਿਗੁਰੂ, ਮਨ ਮੇਰੇ ਵਿੱਚ ਇੰਨਾ ਕੁਚੱਜ ਹੈ ਕਿ ਮੈਨੂੰ ਕੋਈ ਢੰਗ ਨਹੀਂ ਹੈ, ਕੋਈ ਤਰੀਕਾ ਨਹੀਂ ਹੈ ਜੀਵਨ ਦੇ ਜਿਉਣ ਦਾ, ਤਰੀਕਾ ਨਹੀਂ ਹੈ ਸ਼ਬਦ ਵਿੱਚ ਸੁਰਤ ਦੇ ਜੋੜਨ ਦਾ। ਤਰੀਕੇ ਮੈਂ ਸੰਸਾਰ ਦੇ ਸਿੱਖ ਲਏ ਹੈ, ਸੰਸਾਰ ਦੀਆਂ ਬੜੀਆਂ ਗੱਲਾਂ ਮੈਨੂੰ ਕਰਨੀਆਂ ਆਉਂਦੀਆਂ ਨੇ ਤੇ ਸੰਸਾਰ ਵਿੱਚ ਵਿਹਾਰਾਂ ਵਿੱਚ ਵੀ ਮੈਂ ਬੜਾ ਚਤਰ ਹਾਂ। ਪਰ ਮਹਾਰਾਜ ਮੇਰੇ ਵਿੱਚ ਦੋਸ਼ ਇੰਨੇ ਆ ਕਿ ਉਹ ਮਿਆਉਂਦੇ ਹੀ ਨਹੀਂ। ਅਮਾਵਣ, ਮਿਆਉਣਾ, ਜਿਹੜੇ ਮਿਆ ਜਾਣ ਭਾਵ ਸਮਾ ਜਾਣ। ਮੇਰੇ ਵਿੱਚ ਤਾਂ ਇੰਨੇ ਦੋਸ਼ ਹੈ ਜਿਨ੍ਹਾਂ ਦੀ ਕੋਈ ਗਿਣਤੀ ਤੇ ਮਿਣਤੀ ਹੀ ਨਹੀਂ, ਜਿਹੜੇ ਸਮਾ ਹੀ ਨਹੀਂ ਸਕਦੇ ਸੱਚੇ ਪਾਤਸ਼ਾਹ। ਇੰਨਾ ਮੇਰੇ ਵਿੱਚ ਕੁਚੱਜ ਹੈ, ਉਹ ਢੰਗ ਹੈ, ਨਾ ਬੋਲਣਾ ਮਿੱਠਾ ਆਉਂਦਾ ਹੈ, ਨਾ ਸੱਚੇ ਪਾਤਸ਼ਾਹ ਪ੍ਰੇਮ ਨਾਲ ਬਾਣੀ ਪੜ੍ਹਨੀ ਆਉਂਦੀ ਹੈ। ਇੰਨਾ ਜੀਵਨ ਗੁਜ਼ਰ ਗਿਆ ਏ ਮਹਾਰਾਜ, ਮੈਨੂੰ ਸੁਰਤ ਨਹੀਂ ਸ਼ਬਦ ਵਿੱਚ ਲਾਉਣੀ ਆਈ। ਕੋਈ ਵੀ ਗੁਣ ਨਹੀਂ ਸੱਚੇ ਪਾਤਸ਼ਾਹ ਮੇਰੇ ਅੰਦਰ। ਇੰਨੇ ਮੇਰੇ ਵਿੱਚ ਔਗਣ ਨੇ, ਕੁਚੱਜ ਹਨ, ਕੋ ਢੰਗ ਹਨ ਕਿ ਉਹ ਮੇਰੇ ਅੰਦਰ ਮਿਓ ਨਹੀਂ ਸਕਦੇ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ। ਮਹਾਰਾਜ ਸਮੁੰਦਰ ਵੀ ਸ਼ਾਇਦ ਉਹਨਾਂ ਜਲ ਨਹੀਂ ਜਿੰਨੇ ਮੇਰੇ ਵਿੱਚ ਔਗਣ ਨੇ ਸੱਚੇ ਪਾਤਸ਼ਾਹ। ਇਹ ਸਮਾਉਂਦੇ ਨਹੀਂ, ਮਿਆਉਂਦੇ ਨਹੀਂ, ਗਿਣਤੀ ਮਿਣਤੀ ਤੋਂ ਰਹਿਤ ਮੇਰੇ ਵਿੱਚ ਦੋਸ਼ ਹਨ। ਹਉ ਕਿਉ ਸਹੁ ਰਾਵਣ ਜਾਉ ਜੀਓ। ਮਹਾਰਾਜ ਮੈਂ ਸਹੁ ਪਤੀ ਪਰਮੇਸ਼ਰ ਦੇ ਆਨੰਦ ਨੂੰ ਕਿਵੇਂ ਮਾਣਨ ਵਾਸਤੇ ਮੈਂ ਵੀ ਸਮਾਧੀ ਵਿੱਚ ਚਲੀ ਜਾਵਾਂ, ਮੈਨੂੰ ਵੀ ਸੁੱਖ ਮਿਲੇ, ਇਹ ਦੇਹ ਦਾ ਅਧਿਆਸ ਛੁੱਟ ਜਾਵੇ। ਮੈਂ ਦੇਹ ਹਾਂ, ਮੈਂ ਦੇਹ ਹਾਂ, ਇਹ ਤਾਂ ਐਡਾ ਕੋ ਢੰਗ ਹੈ ਮੇਰੇ ਵਿੱਚ। ਆਪਣੀ ਸ਼ਕਲ ਸੂਰਤ ਨੂੰ ਹੀ ਵੇਂਦਾ ਆਪਣਾ ਆਪ ਸਮਝਦਾ ਰਹਿਣਾ। ਇਹਦੇ ਹੀ ਵਡਿਆਈ ਵਿੱਚ, ਇਹਦੇ ਹੀ ਸਤਿਕਾਰ ਵਿੱਚ ਮੈਂ ਫਸਿਆ ਰਹਿਣਾ ਹਾਂ। ਮਹਾਰਾਜ ਮੈਨੂੰ ਦੱਸੋ ਹੇ ਸੱਚੇ ਪਾਤਸ਼ਾਹ ਜੀ, ਮੈਂ ਪਤੀ ਪਰਮੇਸ਼ਰ ਦੇ ਆਨੰਦ ਨੂੰ ਕਿਵੇਂ ਰਾਵ ਸਕਾਂ, ਭਾਵ ਮਾਣ ਸਕਾਂ। ਮੈਨੂੰ ਵੀ ਕਿਰਪਾ ਕਰਕੇ ਦੱਸੋ ਕਿ ਵਾਹਿਗੁਰੂ ਜੀ ਤੱਕ ਕਿਵੇਂ ਜਾਇਆ ਜਾਵੇ। ਇੱਕ ਦੂ ਇੱਕ ਚੜੰਦੀਆ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਸੰਗਤ ਕਰਿਆ ਕਰੋ। ਮਹਾਰਾਜ ਜੀ ਜਿਹੜੇ ਜੀਵ ਹੈ ਇਹ ਸੱਚੇ ਪਾਤਸ਼ਾਹ ਜੀ ਸਹੁ ਨੂੰ ਰਾਵਣ ਵਾਸਤੇ, ਪਤੀ ਦਾ ਆਨੰਦ ਮਾਣਨ ਵਾਸਤੇ ਯਤਨ ਕਰਦੇ ਹੈ ਗੁਰਮੁਖ। ਮਹਾਰਾਜ ਜੀ ਸੰਗਤ ਵਿੱਚ ਤਾਂ ਫਿਰ ਇੱਕ ਦੂ ਇੱਕ ਚੜੰਦੀਆਂ। ਉੱਥੇ ਤਾਂ ਮਹਾਰਾਜ ਇੱਕ ਤੋਂ ਇੱਕ ਚੜ੍ਹਦੇ ਆਪ ਜੀ ਦੇ ਸੇਵਕ। ਜੇ ਕੋਈ ਸੰਗਤ ਵਿੱਚ ਸਾਧ ਸੰਗਤ ਜੀ ਪੰਜ ਬਾਣੀਆਂ ਦਾ ਨਿਤਨੇਮੀ ਆਉਂਦਾ ਹੈ ਤੇ ਉਹਨੂੰ ਹੰਕਾਰ ਨਹੀਂ ਹੁੰਦਾ, ਕਿਉਂਕਿ ਇੱਥੇ ਕੋਈ ਪੰਜ ਗ੍ਰੰਥੀ ਦਾ ਨਿਤਨੇਮੀ ਵੀ ਆਉਂਦਾ ਹੈ।
ਜਿਹੜਾ ਪੰਜ ਗ੍ਰੰਥੀ ਦਾ ਨਿਤਨੇਮੀ ਹੈ ਉਹਦਾ ਵੀ ਮਾਣ ਟੁੱਟਦਾ ਵੀ ਸੰਗਤ ਵਿੱਚ ਤਾਂ ਸਵਾਸ ਸਵਾਸ ਭਜਨ ਵਾਲੇ ਗੁਰਮੁਖ ਆਉਂਦੇ ਆ। ਮਨਾ ਤੇਰੀ ਅਵਸਥਾ ਅਜੇ ਨਿੱਕੀ ਹੈ। ਮਹਾਰਾਜ ਜੀ ਦੇ ਅੱਗੇ ਇਹ ਬੇਨਤੀ ਕਰਨੀ ਸੱਚੇ ਪਾਤਸ਼ਾਹ ਆਪ ਜੀ ਦੀ ਸੰਗਤ ਵਿੱਚ ਜਿਹੜੇ ਆਪ ਨਾਲ ਪਿਆਰ ਕਰਦੇ ਆ ਉਹ ਤਾਂ ਇੱਕ ਤੋਂ ਇੱਕ ਚੜ੍ਹਦੀ ਅਵਸਥਾ ਵਾਲੇ ਆ। ਕਿਸੇ ਦੇ ਤਾਂ ਨੇਤਰਾਂ ਵਿੱਚੋਂ ਨੀਰ ਪਿਆ ਵਗਦਾ ਏ, ਕਿਸੇ ਦਾ ਮਹਾਰਾਜ ਆਪ ਦੇ ਸਰੂਪ ਵਿੱਚ ਧਿਆਨ ਲੱਗਾ ਹੋਇਆ ਦੇਸ਼ ਕਾਲ ਵਸਤੂ ਭੁੱਲੀ ਹੋਈ ਹੈ, ਕਿਸੇ ਦੇ ਰੋਮ ਰੋਮ ਵਿੱਚੋਂ ਭਜਨ ਦੀਆਂ ਆਵਾਜ਼ਾਂ ਆ ਰਹੀਆਂ। ਇੱਕ ਤੋਂ ਇੱਕ ਚੜ੍ਹਦੀ ਅਵਸਥਾ ਵਾਲੇ ਹਨ ਆਪ ਜੀ ਦੀ ਸੰਗਤ ਵਿੱਚ। ਕੌਣ ਜਾਣੈ ਮੇਰਾ ਨਾਉ ਜੀਉ। ਮਹਾਰਾਜ ਸਾਡਾ ਔਗਣਾਂ ਦੇ ਭਰਿਆਂ ਦਾ ਉੱਥੇ ਕੌਣ ਕੋਈ ਨਾ ਜਾਣਦਾ ਹੈ। ਮਹਾਰਾਜ ਸਾਡੀ ਤਾਂ ਕੋਈ ਹੋਂਦ ਹੀ ਨਹੀਂ ਨਾ, ਅਸੀਂ ਤਾਂ ਕਿਸੇ ਪਹਿਚਾਣ ਵਿੱਚ ਹੀ ਨਹੀਂ ਸੱਚੇ ਪਾਤਸ਼ਾਹ, ਕਿਉਂਕਿ ਸਾਡੇ ਕੋਲ ਤਾਂ ਔਗਣ ਹੀ ਔਗਣ ਹੈ। ਮਹਾਰਾਜ ਸਾਨੂੰ ਸੰਗਤ ਵਿੱਚ ਕਿਵੇਂ ਆਪ ਜੀ ਦਾ ਪਿਆਰ ਮਿਲੇ, ਕਿਵੇਂ ਸਾਡੀ ਪਹਿਚਾਣ ਆਪ ਜੀ ਦੇ ਨਾਲ ਬਣੇ। ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਵੀ ਆਪ ਜੀ ਦਾ ਉਹ ਅੰਤਰਾਤਮੇ ਸੁਖ ਮਿਲੇ। हे ਗਰੀਬ ਨਵਾਜ ਸਾਡਾ ਤਾਂ ਕੋਈ ਨਾਂ ਹੀ ਨਹੀਂ ਜਾਣਦਾ, ਕਿਉਂਕਿ ਔਗਣਾਂ ਦੇ ਭਰੇ ਹੋਏ ਹਾਂ। ਜਿਨੀ ਸਖੀ ਸਹੁਰਾਵਿਆ। ਸਤਿਗੁਰੂ ਗਰੀਬ ਨਵਾਜ ਜੀ ਕਹਿੰਦੇ ਆ ਕਿ ਜਿਨ੍ਹਾਂ ਸਖੀਆਂ ਨੇ ਮਹਾਤਮਾ ਰੂਪੀ ਸਖੀਆਂ ਨੇ ਗੁਰਮੁਖਾਂ ਨੇ ਸੌ ਪਤੀ ਪਰਮੇਸ਼ਰ ਦੇ ਨਾਮ ਦੇ ਆਨੰਦ ਨੂੰ ਮਾਣਿਆ ਹੈ। ਤੇ ਅੰਬੀ ਛਾਵੜੀਏ ਜੀਓ। ਮਹਾਰਾਜ ਜੀ ਉਹ ਕੈਸੇ ਹੁੰਦੇ ਆ, ਉਹਨਾਂ ਦੀ ਕੀ ਨਿਸ਼ਾਨੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੇ ਅੰਬੀ ਛਾਵੜੀਏ ਜੀਓ। ਜਿਵੇਂ ਅੰਬ ਦੀ ਛਾਂ ਹੁੰਦੀ ਹੈ ਨਾ, ਕਿੰਨੀ ਸੰਘਣੀ ਹੁੰਦੀ ਹੈ। ਫਿਰ ਉਹਨੂੰ ਸਾਧ ਸੰਗਤ ਜੀ ਅੰਬ ਦਾ ਕਿੱਡਾ ਮਿੱਠਾ ਫਲ ਹੈ, ਬਹਾਰ ਹੈ, ਆਪਾਂ ਅੰਬ ਖਾਣੇ। ਇੱਕੋ ਇੱਕ ਇਹ ਫਲ ਹੈ ਜਿਹਨੂੰ ਬਾਰ-ਬਾਰ ਮੂੰਹ ਵਿੱਚ ਪਾਈਦਾ। ਜੇ ਕੋਈ ਹੋਰ ਚੀਜ਼ ਮੂੰਹ ਵਿੱਚ ਪਾਈਏ ਨਾ ਤੇ ਕੱਢ ਦਈਏ, ਦੁਬਾਰਾ ਖਾਣ ਨੂੰ ਦਿਲ ਨਹੀਂ ਕਰਦਾ। ਪਰ ਅੰਬ ਨੂੰ ਤਾਂ ਬਾਰ-ਬਾਰ ਮੂੰਹ ਵਿੱਚ ਪਾਉਂਦੇ ਵੀ ਹੈ ਤੇ ਕੱਢਦੇ ਵੀ ਹੈ, ਫਿਰ ਪਾਉਂਦੇ, ਫਿਰ ਨਾਲੇ ਰਸ ਲੈਂਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਨਾਮ ਰਸੀਏ ਗੁਰਮੁਖ ਹੈ ਨਾ, ਇਹ ਨੂਰ ਸ਼ਾਹ, ਉਹਨਾਂ ਦੇ ਕੋਲ ਸ਼ਾਂਤੀ ਰੂਪੀ ਛਾਂ ਹੁੰਦੀ ਹੈ। ਜਿਵੇਂ ਬੜੇ ਹੀ ਸੰਘਣੇ ਪੱਤੇ ਹੁੰਦੇ ਆ ਨਾ ਅੰਬ ਦੇ ਰੁੱਖ ਦੇ, ਉਹਨਾਂ ਦੇ ਸਾਧਨਾ ਰੂਪੀ ਪੱਤਰੇ ਬੜੇ ਹੀ ਸੰਘਣੇ ਆ। ਉਹ ਵੱਡੇ ਅੰਮ੍ਰਿਤ ਵੇਲੇ ਉੱਠਦੇ ਆ, ਸਾਰਾ ਦਿਨ ਭਜਨ ਕਰੀ ਜਾਂਦੇ ਆ, ਆਪਣਾ ਆਪ ਨੁਕਸਾਨ ਕਰਕੇ ਵੀ ਦੂਸਰੇ ਦਾ ਭਲਾ ਕਰਦੇ ਆ, ਹਰ ਵੇਲੇ ਉਪਕਾਰ ਕਰਦੇ ਆ, ਮਿੱਠਾ ਬੋਲਦੇ ਆ। ਐਡੇ ਗੁਣ ਹੁੰਦਿਆਂ ਹੋਇਆਂ ਵੀ ਜਿਵੇਂ ਫਲਾਂ ਵਾਲਾ ਰੁੱਖ, ਅੰਬਾਂ ਵਾਲਾ ਰੁੱਖ ਉਹ ਝੁਕ ਜਾਂਦਾ ਨਾ, ਮਹਾਰਾਜ ਕਹਿੰਦੇ ਨੂਰ ਸ਼ਾਹ ਗੁਣ ਹੀ ਇੰਨੇ ਆ ਜਾਂਦੇ ਆ ਕਿ ਨਿਮਰਤਾ ਨਾਲ ਝੁਕ ਜਾਂਦੇ ਆ, ਸਭ ਦੇ ਚਰਨਾਂ ਦੀ ਧੂੜ ਬਣ ਜਾਂਦੇ ਆ। ਇੰਨੀ ਉਹਨਾਂ ਵਿੱਚ ਨਿਮਰਤਾ ਆ ਜਾਂਦੀ ਹੈ। ਤੇ ਜਿਹੜਾ ਫਿਰ ਉਹਨਾਂ ਦੀ ਛਾਂ ਮਾਣਦਾ ਨਾ, ਛਾਂ ਮਾਣਨਾ ਕੀ ਹੈ, ਇਹੋ ਜਿਹੇ ਨਾਮ ਰਸੀਏ ਸੰਤ ਮਹਾਤਮਾ ਗੁਰਸਿੱਖ ਦੀ ਜਿਹੜਾ ਸੰਗਤ ਕਰਦਾ ਨਾ, ਉਹਨੂੰ ਫਿਰ ਸਾਧ ਸੰਗਤ ਜੀ ਗਿਆਨ ਰੂਪੀ ਫਲ ਜਿਹੜਾ ਨਾ ਰਸਿਆ ਹੋਇਆ ਉਹ ਪ੍ਰਾਪਤ ਹੁੰਦਾ, ਨਾਮ ਦਾ ਰਸ ਆਉਂਦਾ। ਜਿਵੇਂ ਅੰਬ ਨੂੰ ਬਾਰ-ਬਾਰ ਆਪਾਂ ਰਸ ਲੈਂਦੇ ਹੋਏ ਮੂੰਹ ਵਿੱਚ ਪਾਉਨੇ ਆ, ਫਿਰ ਕੱਢਦੇ ਆ, ਇਵੇਂ ਗੁਰਸਿੱਖ ਸਾਧ ਸੰਗਤ ਜੀ ਇੱਕ ਵਾਰੀ ਵਾਹਿਗੁਰੂ ਕਹਿੰਦੇ ਆ ਨਾ, ਉਹਨਾਂ ਦੀ ਸੰਗਤ ਕਰਦੇ ਇੰਨਾ ਰਸ ਹੁੰਦਾ, ਦੂਜੀ ਵਾਰੀ ਆਪਣੇ ਆਪ ਹੀ ਮੂੰਹ ਚੋਂ ਨਿਕਲਦਾ, ਆਨੰਦ ਆਉਂਦਾ, ਬਾਰ-ਬਾਰ ਜਪਦੇ ਆ ਪਰਮੇਸ਼ਰ ਦਾ ਨਾਮ। ਮਹਾਰਾਜ ਜੀ ਕਹਿੰਦੇ ਐਵੇਂ ਅੰਬ ਦੀ ਛਾਂ ਦਾ ਦ੍ਰਿਸ਼ਟਾਂਤ ਦੇ ਕੇ ਹਜੂਰ ਕਹਿੰਦੇ ਸੇ ਅੰਬੀ ਛਾਵੜੀਏ ਜੀਓ। ਜਿਵੇਂ ਅੰਬ ਦੀ ਛਾਂ ਹੁੰਦੀ ਹੈ ਨਾ, ਇਵੇਂ ਉਹਨਾਂ ਕੋਲ ਸ਼ਾਂਤੀ ਰੂਪੀ ਛਾਂ ਹੁੰਦੀ ਹੈ। ਉਹਨਾਂ ਦੇ ਸਾਧਨਾ ਰੂਪੀ ਪੱਤਰੇ, ਉਹਨਾਂ ਨੂੰ ਨਾਮ ਜਪਦਿਆਂ ਵੇਖ ਕੇ ਦੂਸਰੇ ਨੂੰ ਚਾਅ ਆਉਂਦਾ, ਮਨਾ ਮੈਂ ਵੀ ਨਾਮ ਜਪਾਂ। ਸਤਿਗੁਰੂ ਜੀ ਕਹਿੰਦੇ ਕੁਚੱਜ ਵਾਲੇ ਵੀ ਸੁਚੱਜ ਵਾਲੇ ਬਣ ਜਾਂਦੇ ਆ, ਉਹਨਾਂ ਦੀ ਸੰਗਤ ਕਰਕੇ ਗਿਆਨ ਦਾ ਰਸਿਆ ਹੋਇਆ ਬ੍ਰਹਮ ਗਿਆਨ ਦਾ ਫਲ ਛਕਣ ਨੂੰ ਮਿਲ ਜਾਂਦਾ ਏ। ਸੇ ਗੁਣ ਮੰਨ ਨਾ ਆਵਣੀ। ਫਿਰ ਚਾਅ ਆਉਂਦਾ ਨਾ ਮਨ ਦੇ ਅੰਦਰ, ਮਹਾਰਾਜ ਜੀ ਜਿਹੜੇ ਮਹਾਤਮਾ ਵਾਲੇ ਗੁਣ ਹੈ, ਜਿੰਨਾ ਪਿਆਰ ਉਹਨਾਂ ਦੇ ਮਨ ਵਿੱਚ ਲੱਗਾ ਹੈ, ਮਹਾਰਾਜ ਮੇਰੇ ਵਿੱਚ ਉਹ ਗੁਣ ਕਿਉਂ ਨਹੀਂ ਆਉਂਦੇ ਸੱਚੇ ਪਾਤਸ਼ਾਹ। ਮਹਾਰਾਜ ਨੇ ਕਿਹਾ ਹੈ ਨਾ ਕਿ ਉਹ ਜੇ ਗੁਣ ਨਹੀਂ ਮਿਲਦੇ ਤਾਂ ਫਿਰ ਮਨ ਦੇ ਅੰਦਰ ਜਗਿਆਸੂ ਰੋਣ ਲੱਗ ਪੈਂਦਾ ਹੈ। ਸਤਿਗੁਰੂ ਜੀ ਦੀ ਯਾਦ ਨਾ ਮਨ ਵਿੱਚ ਆਵੇ ਤੇ ਉਹਨਾਂ ਦੇ ਵਿਛੋੜੇ ਕਰਕੇ ਰੋਣ ਆਉਣ ਲੱਗ ਪੈਂਦਾ ਹੈ, ਵਿਰਾਗ ਆਉਣ ਲੱਗ ਪੈਂਦਾ ਹੈ। ਸੱਚੇ ਪਾਤਸ਼ਾਹ ਜੀ ਨੇ ਵੀ ਕਿਹਾ ਨਾ, ਕਿਉਂ ਨਾ ਮਰੀਜਾ ਰੋਏ ਜਾ ਲਗ ਚਿਤ ਨਾ ਆਵਈ।
ਕਿਉਂ ਨਹੀਂ ਰੋ ਰੋ ਕੇ ਮਨਾ ਤੂੰ ਮਰਦਾ ਜਦੋਂ ਤੱਕ ਤੈਨੂੰ ਯਾਦ ਨਹੀਂ ਆਉਂਦੀ ਵਾਹਿਗੁਰੂ ਦੀ। ਤੋ ਸਤਿਗੁਰੂ ਜੀ ਕਹਿੰਦੇ ਆ ਇਉਂ ਬੇਨਤੀ ਕਰ ਨੂਰ ਸ਼ਾਹ ਕਿ ਮਹਾਰਾਜ ਮੇਰੇ ਵਿੱਚ ਕਿਉਂ ਨਹੀਂ ਉਹ ਗੁਣ ਆਉਂਦੇ ਜਿਹੜੇ ਆਪ ਦੇ ਨਾਮ ਰਸੀਆਂ ਗੁਰਸਿੱਖਾਂ ਦੇ ਅੰਦਰ ਸੁਭ ਗੁਣ ਆ ਜਾਂਦੇ ਆ। ਹਉ ਕੈ ਜੀ ਦੋਸ ਧਰਿਓ ਜੀਓ। ਸੱਚੇ ਪਾਤਸ਼ਾਹ ਮੈਂ ਕਿਸ ਜੀ ਨੂੰ ਦੋਸ਼ ਧਰਾਂ? ਇਹ ਦੋਸ਼ ਤਾਂ ਮੇਰਾ ਆਪਣਾ ਹੈ, ਕਿਉਂਕਿ ਮੈਂ ਚੱਜ ਨਹੀਂ ਧਾਰਨ ਕੀਤਾ। ਮਹਾਰਾਜ ਜੀ ਬੇਨਤੀ ਕਰਨ ਦੀ ਜਾਚ ਦੱਸਦੇ ਸੱਚੇ ਪਾਤਸ਼ਾਹ। ਨੂਰ ਸ਼ਾਹ ਇਉਂ ਬੇਨਤੀ ਕਰ, ਹੇ ਵਾਹਿਗੁਰੂ ਇਹ ਜਿਹੋ ਜੇ ਤੇਰੇ ਪਿਆਰ ਵਾਲੇ ਮਹਾਤਮਾ ਵਿੱਚ ਗੁਣ ਆ ਜਾਂਦੇ ਐ, ਉਹ ਮੇਰੇ ਵਿੱਚ ਕਿਉਂ ਨਹੀਂ ਗੁਣ? ਤੇ ਮੈਂ ਕਿਸ ਜੀ ਨੂੰ ਦੋਸ਼ ਦਵਾਂ, ਕਿਹਨੂੰ ਦੋਸ਼ ਦਵਾਂ? ਇਹ ਦੋਸ਼ ਤਾਂ ਮਹਾਰਾਜ ਮੇਰਾ ਆਪਣਾ ਹੈ, ਕਿਉਂਕਿ ਮੈਂ ਕੋਈ ਢੰਗ ਨਹੀਂ ਧਾਰਨ ਕੀਤਾ, ਸੰਗਤ ਨਹੀਂ ਕੀਤੀ, ਆਪ ਜੀ ਦੀ ਸਿੱਖੀ ਨਹੀਂ ਧਾਰਨ ਕੀਤੀ, ਨਾਮ ਨਹੀਂ ਜਪਿਆ, ਗੱਲਾਂ ਹੀ ਕਰ ਛੱਡੀਆਂ। ਮਹਾਰਾਜ ਮੈਂ ਕਿਹਨੂੰ ਦੋਸ਼ ਦਵਾਂ? ਦੋਸ਼ ਤਾਂ ਮੇਰੇ ਆਪਣੇ ਵਿੱਚ ਹਨ। ਕਿਆ ਗੁਣ ਤੇਰੇ ਵਿਥਰਾ। ਹੇ ਵਾਹਿਗੁਰੂ ਜੀ ਆਪ ਜੀ ਦੇ ਕਿਹੜੇ ਕਿਹੜੇ ਗੁਣਾਂ ਦਾ ਮੈਂ ਵਿਸਥਾਰ ਕਰਕੇ ਦੱਸਾਂ? ਆਪ ਦਿਆਲੂ ਹੋ, ਕਿਰਪਾਲੂ ਹੋ, ਮਿਹਰਬਾਨ ਹੋ, ਅਕਿਰਤ ਘਣਾ ਨੂੰ ਪਾਲਦੇ ਹੋ ਸੱਚੇ ਪਾਤਸ਼ਾਹ। ਮੈਂ ਕਿਹੜੇ ਕਿਹੜੇ ਗੁਣ ਆਪ ਜੀ ਦੇ ਵਿਸਥਾਰ ਨਾਲ ਕਹਿਣਾ ਕਰਾਂ? ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ। ਤੇ ਕਿਹੜਾ ਕਿਹੜਾ ਮਹਾਰਾਜ ਆਪ ਜੀ ਦਾ ਮੈਂ ਨਾਮ ਕਿੰਨਾ ਲੈਣਾ ਕਰਾਂ? ਕਿਉਂਕਿ ਆਪ ਦੇ ਤਾਂ ਨਾਮ ਹੀ ਨਹੀਂ ਗਿਣੇ ਜਾ ਸਕਦੇ, ਸ਼ੇਸ਼ ਨਾਗ ਤੋਂ ਨਹੀਂ ਗਿਣੇ ਜਾਂਦੇ ਜਿਹੜੀਆਂ ਇੰਨੀਆਂ ਜੀਭਾਂ ਨੇ। ਮਹਾਰਾਜ ਆਪ ਜੀ ਦਾ ਤਾਂ ਨਾਮਾਂ ਦਾ ਅੰਤ ਨਹੀਂ ਆਉਂਦਾ। ਜਦੋਂ ਕਿਰਤਮ ਨਾਮ ਜਿਹੜੇ ਹਨ, ਜਿਹੜੇ ਸਾਧ ਸੰਗਤ ਜੀ ਸਾਹਮਣੇ ਵਰਤਣ ਵਿੱਚ ਆ ਰਹੇ ਹੈ, ਮਹਾਰਾਜ ਜੀ ਨੇ ਕਿਹਾ ਅਸੀਂ ਵੀ ਉਹਨਾਂ ਨਾਮਾਂ ਦਾ ਜ਼ਿਕਰ ਕੀਤਾ ਹੈ। ਤੋ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸੁਮਤ। ਜਿਹੜੇ ਕਰਮ ਨਾਮ ਨੇ ਮਹਾਰਾਜ ਜਿਹੋ ਜੀ ਆਪ ਸਮਤ ਬਖਸ਼ ਦਿਓ, ਉਹਦੇ ਨਾਲ ਅਸੀਂ ਆਪ ਜੀ ਦੇ ਕਰਮ ਨਾਮ ਕਹਿੰਦੇ ਆ। ਜਿਵੇਂ ਆਪ ਜੀਆਂ ਤੇ ਮਿਹਰ ਕਰਦੇ ਹੋ, ਆਪ ਦਾ ਨਾਮ ਮਿਹਰਬਾਨ ਹੈ। ਆਪ ਜੀ ਮਹਾਰਾਜ ਦਇਆ ਦੇ ਘਰ ਵਿੱਚ ਆ ਕੇ ਦਇਆ ਕਰਦੇ ਹੋ, ਆਪ ਦਾ ਨਾਮ ਦਇਆਲੂ ਹੈ। ਇਉਂ ਮਹਾਰਾਜ ਮੈਂ ਕਿਹੜਾ ਕਿਹੜਾ ਆਪ ਜੀ ਦਾ ਨਾਮ ਜਿਹੜਾ ਉਹ ਲੈਣਾ ਕਰਾਂ? ਇੱਕ ਤੂੰ ਟੋਲ ਨਾ ਅੰਬੜਾ। ਮੈਂ ਤਾਂ ਆਪ ਜੀ ਦੀ ਇੱਕ ਵੀ ਟੋਲ ਖੂਬੀ ਦੇ ਬਰਾਬਰ ਨਹੀਂ ਪਹੁੰਚ ਸਕਦੀ ਸੱਚੇ ਪਾਤਸ਼ਾਹ। ਆਪ ਦੇ ਵਿੱਚ ਤਾਂ ਏਡੀਆਂ ਵਡਿਆਈਆਂ ਨੇ ਮਹਾਰਾਜ ਸੱਚੇ ਪਾਤਸ਼ਾਹ। ਅਸੀਂ ਤਾਂ ਔਗਣਾਂ ਦੇ ਭਰੇ ਹੋਏ ਆ ਮਹਾਰਾਜ। ਅਸੀਂ ਕਿਸੇ ਵੀ ਟੋਲ ਪਦਾਰਥ ਨੂੰ ਵੀ ਕਹਿੰਦੇ ਆ ਮਹਾਰਾਜ ਜਿਹੜਾ ਤੁਸੀਂ ਜਨਮ ਪਦਾਰਥ ਦਿੱਤਾ ਹੈ ਨਾ, ਇਹਦੀ ਵੀ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ, ਕੋਈ ਦੇ ਹੀ ਨਹੀਂ ਸਕਦਾ। ਕਿਵੇਂ ਆਪ ਦੇ ਬਰਾਬਰ ਪਹੁੰਚ ਜਾਈਏ? ਹਉ ਸਦ ਕੁਰਬਾਨਾ ਤੇਰਾ ਜਾਓ ਜੀਓ। ਅਸੀਂ ਤਾਂ ਮਹਾਰਾਜ ਸਦਾ ਹੀ ਆਪ ਜੀ ਤੋਂ ਕੁਰਬਾਨ ਜਾਂਦੇ ਆ, ਬਲਹਾਰ ਜਾਣੇ ਆਪਣਾ ਆਪ ਵਾਰਦੇ ਹਾਂ। ਸੋਇਨਾ ਰੂਪਾ ਰੰਗੂਲਾ। ਫਿਰ ਇਹ ਔਗਣ ਜਿਹੜੇ ਮਨ ਵਿੱਚ ਹਨ ਉਹ ਪ੍ਰਗਟ ਕਰਨੇ। ਸੱਚੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕਰਕੇ ਆਪਾਂ ਜਦੋਂ ਬੇਨਤੀ ਕਰੀਏ ਨਾ ਸੱਚੇ ਦਿਲੋਂ, ਮਹਾਰਾਜ ਜੀ ਫਿਰ ਸਾਡਾ ਨਿਰਛਲ ਸੁਭਾਅ ਵੇਖ ਕੇ ਦਾਤ ਦਿੰਦੇ ਆ। ਹਜੂਰ ਫਰਮਾਉਂਦੇ ਹਨ, ਫਿਰ ਪੜ੍ਹਦੇ ਹੋ ਸੋਇਨਾ ਰੂਪਾ ਰੰਗੂਲਾ। ਮਹਾਰਾਜ ਜੀ ਜਿਹੜਾ ਸੋਇਨਾ ਹੈ ਨਾ ਤੇ ਰੂਪਾ ਜਿਹੜੀ ਚਾਂਦੀ ਹੈ, ਇਹ ਮੈਨੂੰ ਬੜਾ ਆਨੰਦ ਦੇਣ ਵਾਲੇ ਪ੍ਰਤੀਤ ਹੁੰਦੇ ਆ। ਸੋਨੇ 'ਚ ਚਿੱਤ ਲੱਗਾ ਹੋਇਆ ਹੈ, ਰੁਪਏ ਚਾਂਦੀ ਵਿੱਚ ਚਿੱਤ ਲੱਗਾ ਹੋਇਆ, ਦੁਨੀਆ ਦਾ ਦਿਖਾਵਾ ਮੈਂ ਕਰਦੀ ਹਾਂ। ਮੋਤੀ ਤਾਂ ਮਾਣਕ ਜੀਓ। ਮਹਾਰਾਜ ਮੋਤੀਆਂ ਵਿੱਚ, ਮਾਣਕਾਂ ਵਿੱਚ, ਹੀਰਿਆਂ ਵਿੱਚ ਮੇਰਾ ਚਿੱਤ ਲੱਗਾ ਹੋਇਆ ਹੈ। ਮੈਂ ਦਿਖਾਵੇ ਵਾਲੇ ਜਿਹੜੇ ਆ ਉਹ ਸ਼ਿੰਗਾਰ ਕਰਦੀ ਆ, ਲੋਕ ਮੈਨੂੰ ਵੇਖਣ ਤੇ ਮੇਰੀ ਜਿਹੜੀ ਆ ਪ੍ਰਭਾ ਵੇਖ ਕੇ ਪ੍ਰਸੰਨ ਹੋਣ, ਮੇਰੇ ਤੋਂ ਪ੍ਰਭਾਵਿਤ ਹੋਣ। ਮਹਾਰਾਜ ਮੈਂ ਲੋਕਾਚਾਰੀ ਕਰਦੀ ਹਾਂ। ਸੇ ਵਸਤੂ ਸਹਿ ਦਿੱਤੀਆ। ਮਹਾਰਾਜ ਜੀ ਉਹ ਜਿਹੜੀਆਂ ਵਸਤੂ ਸਾਰੀਆਂ ਆਪ ਜੀ ਨੇ ਦਿੱਤੀਆਂ ਹੋਈਆਂ, ਸਭ ਮਾਲਕ ਨੇ। ਮੈਂ ਤਿੰਨ ਸਿਉ ਲਾਇਆ ਚਿੱਤ ਜੀਓ। ਮਹਾਰਾਜ ਆਪ ਦੀਆਂ ਦਿੱਤੀਆਂ ਹੋਈਆਂ ਵਸਤੂਆਂ ਨਾਲ ਮੈਂ ਚਿੱਤ ਲਾ ਲਿਆ। ਸੋਨੇ ਨਾਲ ਚਿੱਤ ਲਾ ਲਿਆ, ਚਾਂਦੀ ਨਾਲ ਚਿੱਤ ਲਾ ਲਿਆ, ਮੋਤੀਆਂ ਤੇ ਮਾਣਕਾਂ ਦੇ ਨਾਲ, ਹੀਰਿਆਂ ਜਵਾਹਰਾਤਾਂ ਦੇ ਨਾਲ ਮੈਂ ਆਪਣਾ ਮਨ ਲਾ ਲਿਆ ਹੈ। ਮੰਦਰ ਮਿੱਟੀ ਸੰਦੜੇ। ਤੇ ਜਿਹੜੇ ਮੰਦਰ ਘਰ ਹਨ ਮਿੱਟੀ ਦੇ ਜਿਹੜੇ ਸੀਗੇ,
ਉਹ ਘਰ ਮਿੱਟੀ ਦੇ ਬਣੇ ਹੋਏ, ਉਹਨਾਂ ਵਿੱਚ ਮੈਨੂੰ ਸਿਦਕ ਨਹੀਂ ਆਇਆ। ਪੱਥਰ ਕੀਤੇ ਰਾਸ ਜੀਓ, ਤੇ ਪੱਥਰ ਦੇ ਫਿਰ ਉਹ ਜਿਹੜੇ ਸੀ ਬਣਾ ਲਏ, ਕਿਆ ਸੋਹਣੇ ਪੱਥਰ ਲਿਆ ਕਰਕੇ ਲਾਏ। ਅੱਜ ਕੱਲ ਦੇ ਸਮੇਂ ਵਿੱਚ ਵੀ ਵੇਖੀਏ ਤੇ ਕਈ ਇਹਨਾਂ ਮਕਾਨਾਂ ਉੱਤੇ ਹੀ ਖਰਚਾ ਕਰਦੇ ਆ ਕਿ ਜਿਵੇਂ ਬਹੁਤ ਲੰਮਾ ਸਮਾਂ ਇੱਥੇ ਹੀ ਰਹਿਣਾ। ਕਲਯੁਗ ਦੇ ਵਿੱਚ ਤਾਂ ਉਮਰ ਹੀ ਬੜੀ ਥੋੜੀ ਰਹਿ ਗਈ ਹੈ। ਮਹਾਰਾਜ ਮੇਰਾ ਚਿੱਤ ਨਾ ਮਹਿਲ ਮਾੜੀਆਂ ਵਿੱਚ ਲੱਗਾ ਹੋਇਆ ਹੈ, ਤੇ ਸਤਿਗੁਰੂ ਜੀ ਬਾਣੀ ਕਹਿੰਦੀ ਹੈ, ਮਹਿਲ ਨਸਖਣ ਰਹਿ ਗਏ ਵਸਾਇਆ ਤਲ, ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮਲ। ਮਹਾਰਾਜ ਮੈਨੂੰ ਇਹ ਸੋਝੀ ਨਹੀਂ ਹੈ। ਮੈਂ ਤਾਂ ਇਹ ਸੋਚਿਆ ਜਿਵੇਂ ਕਹਿੰਦੇ ਆ ਨਾ, ਜਦੋਂ ਮਕਾਨ ਬਣਾਉਣਾ ਹੋਵੇ ਡੂੰਗੀ ਨੀਂਹ ਰੱਖੀ, ਮਜ਼ਬੂਤ ਮਕਾਨ ਹੋਵੇ। ਬਾਣੀ ਕਹਿੰਦੀ ਹੈ, ਗਹਿਰੀ ਕਰਕੇ ਨੀਂਵ ਖੁਦਾਈ ਉਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਰ ਮੂੰਡ ਬੁਲਾਏ। ਸਤਜੁਗ ਦੇ ਵਿੱਚ ਮਾਰਕੰਡਾ ਲਿਖੀ ਹੋਇਆ। ਉਦੋਂ ਸਾਧ ਸੰਗਤ ਜੀ ਲੱਖ ਵਰਿਆਂ ਦੀ ਆਰਜਾ ਭਾਈ ਗੁਰਦਾਸ ਜੀ ਨੇ ਕਿਹਾ। ਮਾਰਕੰਡੇ ਲਿਖੀ ਨੇ ਝੁੱਗੀ ਨਹੀਂ ਪਾਈ, ਕੁਟੀਆ ਹੀ ਨਹੀਂ ਪਾਈ, ਕਹਿੰਦਾ ਮਾਰੀ ਜਾਣਾ। ਲੱਖ ਵਰਿਆ ਉਮਰ ਸੀ ਉਸ ਲਿਖੀ ਦੀ, ਕਹਿੰਦਾ ਇੱਕ ਦਿਨ ਚਲੇ ਹੀ ਜਾਣਾ, ਕੀ ਕੁਟੀਆ ਪਾਉਣੀ ਹੈ। 100 ਸਾਲ ਦੀ ਉਮਰ ਕਲਯੁਗ ਵਿੱਚ ਮੰਨੀ ਹੋਈ ਹੈ। ਮਹਾਰਾਜ ਮੈਨੂੰ ਤਾਂ ਮਿੱਟੀ ਵਾਲੇ ਬਣੇ ਹੋਏ ਘਰਾਂ ਵਿੱਚ ਸਿਦਕ ਨਹੀਂ ਆਇਆ। ਮੈਂ ਤਾਂ ਪੱਥਰ ਦੇ ਉਹਨਾਂ ਨੂੰ ਗੱਚ ਲਾ ਕੇ ਐਨ ਐਡੇ ਕਿਲੇ ਉਸਾਰ ਦਿੱਤੇ, ਉਹਨਾਂ ਦਾ ਹੀ ਮੈਨੂੰ ਰਸ ਚਿੰਬੜਿਆ ਹੋਇਆ ਹੈ। ਮੇਰਾ ਘਰ ਇਹ ਮਨ ਵਿੱਚ ਇਹ ਖਿਆਲ ਹੈ ਕਿ ਮੈਨੂੰ ਇਹੀ ਚੀਜ਼ਾਂ ਰਾਸ ਆਉਣਗੀਆਂ ਕਿ ਇਹ ਮੇਰੀਆਂ ਨੇ, ਮੈਂ ਇਹਨਾਂ ਵਿੱਚ ਸਦਾ ਰਹਾਂਗਾ। ਪਰ ਸਾਧ ਸੰਗਤ ਜੀ ਬੜੇ ਬਣੇ ਹੋਏ ਬਾਦਸ਼ਾਹਾਂ ਦੇ ਕਿਲੇ ਅੱਜ ਖੰਡਰਾਤ ਹੋ ਚੁੱਕੇ ਹੈ। ਜਿਸ ਲਾਲ ਕਿਲੇ ਵਿੱਚੋਂ ਕਦੇ ਨੌਰੰਗੇ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਉਹਨੇ ਹੁਕਮ ਜਾਰੀ ਕੀਤਾ ਸੀ, ਅੱਜ ਉਸ ਲਾਲ ਕਿਲੇ ਦੀ ਕੀ ਹਾਲਤ ਹੈ। ਤੇ ਸਤਿਗੁਰਾਂ ਨੇ ਜਿੱਥੇ ਬੈਠ ਕੇ ਸ਼ਹਾਦਤ ਦਿੱਤੀ ਸੀ, ਉੱਥੇ ਮੱਥਾ ਟੇਕਣ ਵਾਲਿਆਂ ਦੀਆਂ ਲੈਣਾ ਲੱਗੀਆਂ ਰਹਿੰਦੀਆਂ ਨੇ। ਮਹਾਰਾਜ ਮੇਰਾ ਚਿੱਤ ਤਾਂ ਇਹਨਾਂ ਮਹਿਲ ਮਾੜੀਆਂ ਵਿੱਚ ਸੱਚੇ ਪਾਤਸ਼ਾਹ ਲੱਗ ਗਿਆ ਏ। ਮੈਂ ਸਮਝਿਆ ਕਿ ਇਹ ਮੈਨੂੰ ਰਾਸ ਆਉਣਗੇ। ਹਉ ਇੰਨੇ ਟੋਲੀ ਭੁੱਲੀਅਸ। ਮਹਾਰਾਜ ਮੈਂ ਇਹਨਾਂ ਟੋਲੀ ਜਿਹੜੇ ਪਦਾਰਥ ਹਨ ਨਾ, ਇਹਨਾਂ ਪਦਾਰਥਾਂ ਵਿੱਚ ਹੀ ਮਹਾਰਾਜ ਮੇਰੀ ਚਿੱਤ ਦੀ ਬਿਰਤੀ ਭੁੱਲ ਗਈ ਆ। ਜਿਸ ਕੰਤ ਨਾ ਬੈਠੇ ਪਾਸ ਜੀਓ, ਤਿਸ ਕੰਤ ਪਤੀ ਪਰਮੇਸ਼ਰ ਦੇ ਨਾਲ ਮੇਰੇ ਚਿੱਤ ਦੀ ਬਿਰਤੀ ਕਦੇ ਬੈਠੀ ਨਹੀਂ, ਮੇਰਾ ਕਦੇ ਮਨ ਜੁੜਿਆ ਹੀ ਨਹੀਂ। ਪਖੰਡਾਂ ਵਿੱਚ ਹੀ, ਦਿਖਾਵੇ ਵਿੱਚ ਹੀ ਮੇਰੀ ਉਮਰ ਲੰਘ ਗਈ ਆ। ਅੰਬਰ ਕੂੰਜਾ ਕੁਰਲੀਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਸਾਧ ਸੰਗਤ ਜੀ ਦਿਨ ਦਾ ਚੜ੍ਹਾਅ ਹੁੰਦਾ ਨਾ ਅੰਮ੍ਰਿਤ ਵੇਲੇ, ਜਿਹੜੀਆਂ ਕੂੰਜਾਂ ਨਾ ਉੱਤੇ ਫਿਰ ਇਹ ਆਵਾਜ਼ ਕਰਦੀਆਂ, ਕੁਰਲ ਦੀ ਆਵਾਜ਼ ਆਉਂਦੀ ਹੈ। ਤੇ ਜਦੋਂ ਇਹ ਕੂੰਜਾਂ ਬੋਲਦੀਆਂ ਹਨ, ਬਗ ਬਹਿਠੇ ਆਏ ਜੀਓ, ਫਿਰ ਸਾਧ ਸੰਗਤ ਜੀ ਜਿਹੜੇ ਬਗਲੇ ਆ ਨਾ, ਉਹ ਆ ਕੇ ਬਹਿ ਜਾਂਦੇ। ਭਾਵ ਦਿਨ ਚੜ੍ਹਦਾ ਤੇ ਬਗਲੇ ਉਡਾਰਾਂ ਭੜਦੇ ਆ। ਇਹ ਮਹਾਰਾਜ ਜੀ ਅੰਤਰੀਵ ਸਤਿਗੁਰੂ ਜੀ ਇਹਦੇ ਸਿੱਖਿਆ ਦਿੰਦੇ ਆ। ਦਾ ਦ੍ਰਿਸ਼ਟਾਂਤ ਕੀ ਹੈ? ਅੰਬਰ ਕੂੰਜਾਂ ਕੁਰਲੀਆਂ। ਅੰਬਰ ਕੀ ਹੈ? ਸਾਡਾ ਸਿਰ, ਆਕਾਸ਼। ਅੰਬਰ ਆਕਾਸ਼ ਨੂੰ ਕਹਿੰਦੇ ਹਨ। ਇਹ ਸਾਡਾ ਸੀਸ ਆਕਾਸ਼ ਹੈ ਤੇ ਕੂੰਜਾਂ ਹੁੰਦੀਆਂ ਕਾਲੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜੇ ਕੂੰਜਾਂ ਦੀ ਨਿਆਈ ਤੇਰੇ ਕਾਲੇ ਕੇਸ ਹੈ ਨਾ, ਇਹ ਤਾਂ ਕੁਰਲ ਕਰਕੇ, ਭਾਵ ਕੁਰਲਾ ਕੇ ਜਵਾਨੀ ਚਲੀ ਗਈ। ਉਹ ਨਾਮ ਜਪ ਲੈ, ਭਜਨ ਕਰ ਲੈ, ਮਨ ਵਿਸ਼ਿਆਂ ਵਿੱਚ ਹੀ ਡੁੱਲਿਆ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਸੱਚੇ ਦਿਲ ਤੋਂ ਜੇ ਬੇਨਤੀ ਕਰੀਏ, ਮਹਾਰਾਜ ਮੇਰੀ ਜਵਾਨੀ ਵਿਸ਼ਿਆਂ ਵਿੱਚ ਡੁੱਲ ਗਈ। ਹੇ ਸੱਚੇ ਪਾਤਸ਼ਾਹ, ਹੁਣ ਤਾਂ ਗੋਡੇ ਵੀ ਮੇਰੇ ਜਵਾਬ ਦੇ ਗਏ ਤੇ ਬੱਗ ਬਹਿਠੇ ਆਏ। ਬਗਲਿਆਂ ਦੀ ਨਿਆਈ, ਚਿੱਟੇ ਕੇਸ ਮੇਰੇ ਸਿਰ ਤੇ ਆ ਗਏ, ਚਿੱਟੀ ਦਾੜੀ ਹੋ ਗਈ। ਸੱਚੇ ਪਾਤਸ਼ਾਹ
ਜਵਾਨੀ ਚਲੀ ਗਈ, ਆਪ ਦੇ ਮਿਲਣ ਦਾ ਸ਼ੌਂਕ ਨਹੀਂ ਜਾਗਿਆ। ਮਹਾਰਾਜ ਚਿੱਤ ਦੀ ਬਿਰਤੀ ਨਾਮ ਵਿੱਚ ਨਹੀਂ ਜੁੜੀ, ਤੇ ਬਿਰਧ ਅਵਸਥਾ ਤੋਂ ਬਾਅਦ ਫਿਰ ਜਵਾਨੀ ਤਾਂ ਨਹੀਂ ਨਾ ਆਉਣੀ, ਫਿਰ ਬਚਪਨ ਤੇ ਨਹੀਂ ਨਾ ਆਉਣਾ, ਫਿਰ ਤਾਂ ਬਨੇਰਾ ਆ ਹੀ ਜਾਣਾ ਨਾ, ਤੇ ਫਿਰ ਤਾਂ ਮੌਤ ਆ ਹੀ ਜਾਣੀ ਹੈ ਨਾ। ਮਹਾਰਾਜ ਇਹ ਮੇਰੇ ਸਿਰ ਦੇ ਉੱਤੋਂ ਕਾਲੇ ਕੇਸ ਜਿਹੜੇ ਆ ਉਹ ਕੁਰਲਾ ਕੁਰਲਾ ਕੇ ਜਵਾਨੀ ਜਿਹੜੀ ਆ ਉਹ ਚਲੀ ਗਈ ਹੈ। ਵਿਸ਼ਿਆਂ ਦੇ ਭੋਗਣ ਨੂੰ ਹੀ ਮਨ ਕਰਲਾਉਂਦਾ ਰਿਹਾ, ਤੇ ਹੁਣ ਬਿਰਧ ਅਵਸਥਾ ਰੂਪੀ ਬਗਲੇ ਆ ਕੇ ਬਹਿ ਗਏ, ਕੇਸ ਚਿੱਟੇ ਹੋ ਗਏ ਸਾਰੇ। ਸਾ ਤਨ ਚੱਲੀ ਸਾਹੁਰਾ। ਤੇ ਜਦੋਂ ਉਹ ਧਨ ਜੀਵ ਰੂਪੀ ਇਸਤਰੀ ਜਦੋਂ ਚੱਲੀ ਸਹੁਰੇ ਨੂੰ, ਪਰਲੋਕ ਰੂਪੀ ਘਰ ਸਹੁਰੇ ਨੂੰ, ਕਿਆ ਮੋਹ ਦੇਸੀ ਅੱਗੇ ਜਾਏ ਜੀਓ। ਮਹਾਰਾਜ ਜੀ ਕਹਿੰਦੇ ਫਿਰ ਦੱਸ ਕੀ ਮੂੰਹ ਦੇਂਗੀ ਅੱਗੇ ਜਾ ਕਰਕੇ, ਕਿ ਮੈਂ ਉੱਥੇ ਵਿਸ਼ੇ ਹੀ ਭੋਗੇ ਆ, ਮੈਂ ਈਰਖਾ ਹੀ ਕੀਤੀ ਹੈ। ਉਹ ਜੀਵ ਰੂਪੀ ਇਸਤਰੀ ਫਿਰ ਅੱਗੇ ਮੂੰਹ ਨਹੀਂ ਦੇ ਸਕਦੀ ਹੈ, ਕਿਉਂਕਿ ਪਰਲੋਕ ਵਿੱਚ ਪੁੱਛਿਆ ਜਾਵੇਗਾ। ਤੇ ਜਦੋਂ ਉੱਥੇ ਪੁੱਛ ਕੀਤੀ, ਇੱਥੇ ਤਾਂ ਬੜੇ ਜਵਾਬ ਆਉਂਦੇ ਆ ਨਾ, ਉੱਥੇ ਕੋਈ ਗੱਲ ਨਹੀਂ ਆ ਸਕਣੀ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਇੰਨੇ ਔਗਣ ਵੈ, ਜਦੋਂ ਮਨ ਵਿੱਚ ਪ੍ਰੀਤ ਜਾਗਦੀ ਹੈ ਨਾ, ਆਪਣੇ ਔਗਣ ਦਿਸਦੇ ਆ। ਮਹਾਰਾਜ ਮੈਂ ਕੀ ਮੂੰਹ ਦਵਾਂਗੀ ਅੱਗੇ ਜਾ ਕਰਕੇ, ਮੇਰੇ ਵਿੱਚ ਕੋਈ ਵੀ ਗੁਣ ਨਹੀਂ ਹੈ। ਸੁੱਤੇ ਸੁੱਤੇ ਝਾਲ ਥੀਆ। ਨੀਂਦ ਵਿੱਚ ਸੁੱਤਿਆਂ ਹੀ ਜਿਹੜੀ ਉਹ ਬਤੀਤ ਹੋ ਗਈ ਆ। ਵਾਟੜੀ ਆਸ ਜੀਓ। ਤੇ ਭੁੱਲ ਗਈ ਆ ਮੈਂ ਰਸਤੇ ਤੋਂ, ਵਾਟੜੀ ਰਾਹ ਨੂੰ ਕਹਿੰਦੇ ਆ। ਮਹਾਰਾਜ ਮੇਰਾ ਮਨ ਜਿਹੜਾ ਨਾ ਉਹ ਭੁੱਲ ਗਿਆ ਪਰਮਾਰਥ ਦੇ ਰਾਹ ਤੋਂ। ਰਾਹ ਸੀ ਆਪ ਜੀ ਦੀ ਭਾਵ ਭਗਤੀ ਦਾ, ਉਹ ਲੱਭਿਆ ਹੀ ਨਹੀਂ। ਮੈਨੂੰ ਤਾਂ ਰਾਹ ਮਾਇਆ ਦਾ ਹੀ ਲੱਭਿਆ ਰਿਹਾ, ਤੇ ਮਾਇਆ ਦੇ ਰਾਹ ਨੂੰ ਸੰਸਾਰ ਦੇ ਉਜਾੜ ਵਿੱਚ ਤੁਰੀ ਰਹੀ। ਭੁੱਲ ਗਈ ਮਹਾਰਾਜ ਆਪ ਜੀ ਦੀ ਪ੍ਰਾਪਤੀ ਦਾ ਰਾਹ ਨਹੀਂ ਮਹਾਰਾਜ ਪਤਾ ਲੱਗਿਆ। ਤੈ ਸਹ ਨਾਲੋਂ ਮੁਤੀਅਸ। ਹੇ ਪਤੀ ਪਰਮੇਸ਼ਰ ਤੇਰੇ ਨਾਲੋਂ ਮੇਰੇ ਚਿੱਤ ਦੀ ਬਿਰਤੀ ਜਿਹੜੀ ਆ ਨਾ ਉਹ ਛੁੱਟ ਗਈ ਹੈ, ਤੇ ਜਿਹੜੀ ਪਤੀ ਤੋਂ ਛੁੱਟ ਜਾਵੇ ਉਹਨੂੰ ਛੁੱਟੜ ਕਹਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਤੇਰੇ ਗੁਣ ਨਹੀਂ ਧਾਰਨ ਕੀਤੇ, ਤੇਰਾ ਪਿਆਰ ਨਹੀਂ ਲੱਗਾ, ਮੇਰੇ ਚਿੱਤ ਦੀ ਬਿਰਤੀ ਜਿਹੜੀ ਹੈ ਤੇਰੇ ਤੋਂ ਟੁੱਟ ਗਈ ਹੈ। ਦੁੱਖਾ ਕੂ ਤਰਿਆਸ ਜੀਓ। ਤਾਈਏ ਤਾਂ ਫਿਰ ਮੈਂ ਹੁਣ ਦੁੱਖਾਂ ਨੂੰ ਹੀ ਧਾਰਨ ਕਰੀ ਬੈਠੀ ਆ ਨਾ। ਦੁੱਖ ਹੀ ਦੁੱਖ ਨੇ ਮੇਰੇ ਕੋਲ, ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ। ਕਿਸੇ ਨੂੰ ਦੱਸਾਂ ਆਪਣਾ ਦੁੱਖ, ਮੇਰੇ ਗੋਡੇ ਬੜੇ ਦੁਖਦੇ ਆ, ਉਹ ਕਹਿੰਦਾ ਮੇਰੇ ਤੇ ਆਪ ਬੜੇ ਦੁਖਦੇ ਆ। ਇੱਕ ਰੋਗ ਦਸੀਏ ਤੇ ਦੂਸਰਾ ਆਪਣੇ 35 ਰੋਗ ਕੱਢ ਕੇ ਦੱਸਦਾ ਏ। ਮਹਾਰਾਜ ਮੈਂ ਕਿਹਨੂੰ ਆਪਣੇ ਦੁੱਖ ਦੱਸਾਂ, ਦੁੱਖ ਦੀਆਂ ਹੀ ਪੰਡਾਂ ਪਾ ਲਈਆਂ ਨੇ, ਮੇਰੇ ਕੋਲ ਕੋਈ ਵੀ ਸੁੱਖ ਨਹੀਂ, ਬੜਾ ਹੀ ਮੈਂ ਬੇਚੈਨ ਹਾਂ। ਤੁਧ ਗੁਣ ਮੈਂ ਸਭ ਅਵਗਣਾ। ਹੇ ਮਹਾਰਾਜ ਤੁਹਾਡੇ ਵਿੱਚ ਸਾਰੇ ਹੀ ਗੁਣ ਹੈ, ਤੇ ਮੇਰੇ ਵਿੱਚ ਸਾਰੇ ਔਗਣ ਹੀ ਔਗਣ ਹੈ। ਇਹ ਜਦੋਂ ਗੁਰੂ ਜੀ ਸ਼ੀਸ਼ਾ ਵਿਖਾਉਂਦੇ ਆ ਨਾ ਸ਼ਬਦ ਦਾ, ਉਦੋਂ ਫਿਰ ਆਪਣਾ ਅੰਦਰਲਾ ਚਿਹਰਾ ਦਿਸਦਾ। ਸਾਧ ਸੰਗਤ ਜੀ, ਜਿਹਨੂੰ ਆਪਣਾ ਕੁਚੱਜ ਪਤਾ ਲੱਗ ਜੇ ਉਹਨੂੰ ਫਿਰ ਸਤਿਗੁਰੂ ਜੀ ਕੋਲੋਂ ਸੁਚੱਜ ਮਿਲਦਾ ਹੈ, ਗੁਰਮਤ ਦਾ ਢੰਗ ਮਿਲਦਾ ਹੈ, ਜੀਵਨ ਦਾ ਢੰਗ ਮਿਲਦਾ ਹੈ, ਤੇ ਉਹ ਫਿਰ ਗੁਰਮੁਖ ਬਣ ਜਾਂਦੇ ਆ। ਗੁਰਮੁਖ ਬਣੇ ਹੋਇਆਂ ਨੂੰ ਸਤਿਗੁਰਾਂ ਨੇ ਫਿਰ ਉਹਨਾਂ ਲਈ ਗੁਣਵੰਤੀ ਬਾਣੀ ਉਚਾਰਨ ਕੀਤੀ ਸੱਚੇ ਪਾਤਸ਼ਾਹ ਨੇ। ਜਿੱਥੇ ਮਹਾਰਾਜ ਨੇ ਕਿਹਾ ਕਿ ਜਿਹੜੇ ਗੁਰਸਿੱਖ ਨੇ ਨਾ ਉਹ ਤਾਂ ਝੁਕ ਝੁਕ ਕੇ ਚਰਨੀ ਲੱਗਦੇ ਐ, ਇੰਨੀ ਉਹਨਾਂ ਵਿੱਚ ਨਿਮਰਤਾ ਆ ਜਾਂਦੀ ਹੈ ਕਿ ਉਹ ਵਾਹਿਗੁਰੂ ਜੀ ਦੇ ਪਿਆਰ ਨੂੰ ਪਾ ਕੇ ਆਪਣੇ ਜੀਵਨ ਨੂੰ ਸਫਲਿਆਂ ਕਰ ਲੈਂਦੇ ਐ। ਹਜੂਰ ਕਹਿੰਦੇ ਹਨ, ਫਿਰ ਪੜ੍ਹਦੇ ਹੋ ਤੁਧ ਗੁਣ ਮੈਂ ਸਭ ਅਵਗਣਾ। ਮਹਾਰਾਜ ਆਪ ਜੀ ਦੇ ਵਿੱਚ ਤਾਂ ਸਾਰੇ ਗੁਣ ਹੀ ਗੁਣ ਆ, ਤੇ ਮੇਰੇ ਵਿੱਚ ਔਗਣ ਹੀ ਔਗਣ ਹੈ, ਮੇਰੇ ਔਗਣ ਨਹੀਂ ਗਿਣੇ ਜਾਂਦੇ। ਸੱਚੇ ਪਾਤਸ਼ਾਹ ਆਪ ਦੇ ਗੁਣਾਂ ਨੂੰ ਨਹੀਂ ਕੋਈ ਗਿਣ ਸਕਦਾ, ਤੇ ਮੈਂ ਔਗਣਾਂ ਦੀ ਭਰੀ ਹੋਈ ਹਾਂ। ਇੱਕ ਨਾਨਕ ਕੀ ਅਰਦਾਸ ਜੀਓ। ਹਜੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਇੱਕ ਇਹੀ ਅਰਦਾਸ ਕਰ ਹੈ ਨੂਰ ਸ਼ਾਹ, ਕਿ ਮਹਾਰਾਜ ਮੇਰੇ ਵਿੱਚ ਕੋਈ ਗੁਣ ਨਹੀਂ। ਜਦੋਂ ਮਹਾਰਾਜ ਦੇ ਅੱਗੇ ਆਪਾਂ ਇਹ ਅਰਦਾਸ ਕਰਦੇ ਆ ਨਾ ਸੱਚੇ ਦਿਲੋਂ ਨਿਰਛਲ ਸੁਭਾਅ ਲੈ ਕੇ ਸਤਿਗੁਰੂ ਜੀ ਦੇ ਕੋਲੋਂ ਸਾਧ ਸੰਗਤ ਜੀ, ਫਿਰ ਸਾਨੂੰ ਗੁਣਾਂ ਦੀ ਦਾਤ ਪ੍ਰਾਪਤ ਹੁੰਦੀ। ਮਹਾਰਾਜ ਸਾਰੇ ਹੀ ਔਗਣ ਸਿੱਖ ਦੇ ਅੰਦਰੋਂ ਕੱਢ ਦਿੰਦੇ ਆ। ਜਿਵੇਂ ਜਿਵੇਂ ਸਿੱਖ ਸੰਗਤ ਕਰਦਾ, ਸ਼ਬਦ ਨਾਲ ਪ੍ਰੀਤ ਪਾਉਂਦਾ, ਜਿਵੇਂ ਜਿਵੇਂ ਉਹਦੀ ਸੁਰਤ ਸ਼ਬਦ ਨਾਲ ਜੁੜਦੀ ਹੈ, ਸ਼ਬਦ ਅੰਦਰੋਂ ਔਗਣ ਮਾਰ ਮਾਰ ਕੇ ਬਾਹਰ ਕੱਢ ਦਿੰਦਾ, ਤੇ ਗੁਣਾਂ ਨੂੰ ਅੰਦਰ ਸ਼ਬਦ ਮਹਾਰਾਜ ਜੀ ਦਾ ਵਸਾ ਦਿੰਦਾ। ਸਤਿਗੁਰੂ ਕਹਿੰਦੇ, ਨੂਰ ਸ਼ਾਹ ਇਉਂ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰ
महाराज मैं औगणा दी भरी हुई हाँ, वाहिगुरु मैनू किरपा करके अपनी भाव भगती दा अपनी प्रीत दा गुण दे दिओ। सब राती सुहागणी। हे महाराज सारियां सुहागणियां कौन ने? जिस इस्त्री दा पति सलामत हुंदा है ते ओनू सुहागणी कहिंदे आ। इधर गुरमत विच सुहागणी किहनू कहिंदे आ? जिहदी बिरती शब्द नाल जुड़ गई है, जिन्नू प्यार दा रस आउंदा है, जिन्हां दा साध संगत जी मन मस्ती विच रहिंदा है, उन्हां नू सुहागणी कहिंदे आ। उन्हां नू महाराज जी ने ब्रह्म ज्ञानी किया है, उन्हां नू सतगुरां संत किया है। सच्चे पातशाह जी महाराज जिवें आप जी दे प्यारे आप जी दे आनंद नू माणदे है, सुहागवंती इस्त्री नू जिवें पति दा सुख हुंदा है, पति सिर ते होवे ते संसार ओनू झुकदा है, ते जिहदा पति सिर ते नहीं हुंदा ना सहुरे घर सत्कार हुंदा है, ना साध संगत जी उहदा पेके घर विच सत्कार हुंदा है। जिहदा सिर दे उत्ते सिर उपर ठाडा गुरसूरा, जिहदे सिर दे उत्ते गुरु नानक साहब जी खड़े ने, साध संगत जी उन्हां गुरसिखां दा इस लोक विच भी सत्कार है, ते जदों शरीर छड्ड के परलोक नूं जांदे आ ते उन्हां दे नाम दे जय जयकार दे डंके वजदे आ। इस सच्चे पातशाह जी महाराज दे जिन्हां ने प्यार नूं प्राप्त कीता है, महाराज जिवें सुहागणियां ब्रह्म ज्ञानी गुरसिख आप जी दे प्यार विच रत्ते होए आ, रंगे होए आ। मैं दुहागण काई रात जियो। महाराज मैनू भी कोई प्रीत दी रंगण बख्शो, मैनू दुहागण नूं जिन्नू पति ने औगणा वाली जान के छड्ड दिता होवे उहनूं दुहागण कहिंदे आ। ते औगणा करके साडी चित्त दी बिरती जदों वाहिगुरू नाल नहीं जुड़दी, औगणा करके साडी चित्त दी बिरती छुट्टड़ हो गई है, साध संगत जी दुहागण हो गई है। ते महाराज दे अगे बेनती, महाराज है तां औगणियां पर सच्चे पातशाह कोई उमरा रूपी रात विच मैनू भी प्यार दी रंगण बख्श दिओ, मेरी भी महाराज ये जिंदगी सफल हो जावे। ये पंक्ति अखीरली इसे प्रकार। सब राती सुहागणी। सारियां सुहागण ब्रह्म ज्ञानी महापुरखां नूं तां अवस्था रूपी रात जिहड़ी है वो महाराज आप जी दी अभेदता दा आनंद प्राप्त है। मैं दुहागन काई रात जियो। मैनू छुट्टड़ नूं भी महाराज सच्चे पातशाह कोई शौक अवस्था रूपी रात दे दिओ। महाराज मेरी भी जिंदगी रूपी रात विच आप जी दी प्रीत दी सच्चे पातशाह लगन लग जावे। महाराज साडे ते ये बख्शिश कर दिओ। मनुखा जन्म मिलिया अजाई ना चलिया जावे। ये सतगुरां जी दे चरनां विच बेनती करनी। इस बेनती नूं साध संगत जी करके नूर शाह नूं शब्द दी प्रीत हजूर ने बख्शिश कीती सी। गरीब नवाज ने सोझी बख्शिश कीती। गुरमत दा प्रसाद दिता सच्चे पातशाह जी ने। आप जी ने प्यार नाल शब्द दी कथा सरवण कीती है। गरीब नवाज सच्चे पातशाह जी ने तरस कीता है। महाराज जी दे इस पावन अस्थान ते 2 दिन दी हाजरी सीगी। अज दूसरे दिन दी हाजरी विच आप संगतां दे दर्शन दीदार महाराज जी ने बख्शिश कीते। धन गुरु रामदास सच्चे पातशाह गरीब नवाज तरस करन। हजूर दी सारी जिंदगी प्रीत नाल भरी हुई। जिन्हां सतगुरां दे दरबार विच आप जी आए हो, सच्चे पातशाह तो आपां प्यार दा प्रसाद मंगीए। महाराज सानू अपने चरणां दा प्यार ला दिओ। गरीब नवाज सच्चे पातशाह जी दे दरों घरों असीस देनी सिੱਖੀ सिदक केसां सवासां दे नाल निभ जावे। महाराज दे चरणां दी प्रीत प्राप्त होवे। बेअंत भुलां दी माफी बख्शणी जी। तुद गुण मैं सब अवगणा एक नानक की अरदास जियो। सब राती सुहागणी मैं दुहागण काई रात जियो। वाहिगुरु जी का खालसा वाहिगुरु जी की फतेह।